ਵਾਹਿਗੁਰੂ। ਸਾਹਿਬ ਜੀਓ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨਰਾਗ। ਏਕ ਓੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਧੰਨ ਵਾਹਿਗੁਰੂ ਸਾਹਿਬ ਜੀਓ, ਗੁਰ ਤਾ ਦੇਤਾ ਮਨ ਰਹਿ ਆਵੈ। ਵੇਨੀ ਮੋਹ ਕੋ ਬਨ ਆਵੈ। ਵੱਡੇ ਪੁੱਤਰ ਕੋ ਪੁੱਤਰ ਵਡੇਰੋ, ਬਿਦਤ ਬਾਤ ਸਭ ਲਖੈ ਕਰੇਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ
जुगो जुग अटल। 10 गुरु ਸਾਹਿਬਾਨ ਦੇ ਆਤਮਿਕ ਸਰੂਪ। ਕਲਯੁਗੀ ਜੀਵਾਂ ਨੂੰ ਤਾਰਨ ਹਾਰੇ ਜਗਤ ਗੁਰੂ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿਨਾਂ ਦੀ ਮੁਕੱਦਸ ਪਵਿੱਤਰ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਅਥਾਹ ਸ਼ਰਧਾ ਭਾਵਨਾ ਸਹਿਤ ਬਾਣੀ ਕੇ ਬੋਹੇ ਥੇ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਮੇਰੀ ਪੀਰੀ ਦੇ ਮਾਲਕ ਦਾਤਾ ਬੰਦੀ ਛੋੜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਵਿਖੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਬੇਅੰਤ ਸੰਗਤ ਦੂਰ ਨੇੜੇ ਤੋਂ ਚੱਲ ਕੇ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚੀ ਹੈ, ਸਤ ਸੰਗਤ ਕਰ ਰਹੀ ਹੈ, ਸੇਵਾ ਕਰ ਰਹੀ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਸਭਨਾਂ ਦੀ ਯਾਤਰਾ ਸਫਲੀ ਕਰਨ, ਸਭਨਾਂ ਦੀ ਅਰਦਾਸ ਪ੍ਰਵਾਨ ਕਰਨ। ਅੱਜ ਦੇ ਦੀਵਾਨਾਂ ਦੇ ਵਿੱਚ ਆਪਾਂ ਜਿੱਥੇ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਨੀ ਹੈ, ਉੱਥੇ ਨਾਲ ਹੀ ਕਿਉਂਕਿ ਅੱਜ ਬਹੁਤ ਵੱਡਾ ਇਤਿਹਾਸਕ ਦਿਨ ਹੈ, ਜੋ ਇਹ ਅਸਥਾਨ ਹੈ ਆਪਣਾ ਜਿਹੜਾ ਇਲਾਕਾ ਹੈ, ਕਹਿਣ ਦਾ ਭਾਵ ਸ਼੍ਰੀ ਅੰਮ੍ਰਿਤਸਰ ਸਾਹਿਬ। ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਵਸਾਉਣ ਵਾਲੇ, ਇਹ ਸ਼ਹਿਰ ਬਣਾਉਣ ਵਾਲੇ ਸੋਢੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ, ਤਿੰਨਾਂ ਦਾ ਅੱਜ ਗੁਰਤਾ ਗੱਦੀ ਦਿਵਸ ਹੈ, ਗੁਰਤਾ ਗੱਦੀ ਦਿਹਾੜਾ ਹੈ। ਇਸ ਕਰਕੇ ਕੁਝ ਸਮਾਂ ਅਖੀਰ ਦੇ ਵਿੱਚ ਆਪਾਂ ਇਸ ਇਤਿਹਾਸ ਦੀ ਸੰਖੇਪ ਜਿਹੜੀ ਵਿਚਾਰ ਹੈ ਉਹ ਸਰਵਣ ਕਰਾਂਗੇ ਇਸ ਦਿਨ ਪਰਥਾਏ। ਔਰ ਕੁਝ ਸਮਾਂ ਅਸੀਂ ਲੜੀਵਾਰ ਜੋ ਇਸ ਪਾਵਨ ਸਥਾਨ 'ਤੇ ਕਥਾ ਵਿਚਾਰ ਚੱਲ ਰਹੀ ਹੈ ਛੇਵੇਂ ਪਾਤਸ਼ਾਹ ਜੀ ਦਾ ਜੀਵਨ, ਉਸ ਵਿੱਚੋਂ ਕੁਝ ਵਚਨ ਸਰਵਣ ਕਰਾਂਗੇ। ਸਹਿ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਇਕਾਗਰਤਾ ਬਖਸ਼ਿਸ਼ ਕਰਨ। ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਇਹ ਇਤਿਹਾਸ ਸਰਵਣ ਕੀਤਾ ਹੈ ਕਿ ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਨੂੰ ਭਾਗ ਲਾ ਰਹੇ ਹਨ। ਲੰਮੇ ਸਮੇਂ ਤੋਂ ਇੱਥੇ ਹੀ ਟਿਕੇ ਹੋਏ ਹਨ, ਇੱਥੇ ਹੀ ਰਹਿ ਰਹੇ ਹਨ। ਬਹੁਤ ਸਾਰੀਆਂ ਘਟਨਾਵਾਂ ਇੱਥੇ ਵਾਪਰੀਆਂ ਹੋਈਆਂ, ਜਿੱਥੇ ਖੁਸ਼ੀਆਂ ਖੇੜਿਆਂ ਦਾ ਸਮਾਂ ਰਿਹਾ, ਉੱਥੇ ਕਈ ਗੁਰੂ ਘਰ ਦੇ ਸੇਵਕ, ਗੁਰੂ ਕੇ ਪਰਿਵਾਰ ਦੇ ਵਿੱਚੋਂ ਮੈਂਬਰ ਜਿਹੜੇ ਸਨ ਉਹਨਾਂ ਨੇ ਵੀ ਸਰੀਰ ਛੱਡਿਆ ਹੈ। ਕਦੇ ਸੁੱਖਾਂ ਦਾ ਸਮਾਂ ਆਇਆ ਹੈ, ਕਦੇ ਵੈਰਾਗਮਈ ਸਮਾਂ ਵੀ ਆਇਆ ਹੈ। ਹੁਣ ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੂਰ ਨੇੜੇ ਸੰਗਤਾਂ ਨੂੰ ਸੁਨੇਹਾ ਭੇਜਿਆ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਪਹੁੰਚੇ ਔਰ ਸਤਿਗੁਰਾਂ ਦਾ ਹੁਕਮ ਪ੍ਰਾਪਤ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚੀ ਹੈ। ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹਿਸਾਬ ਕਿਤਾਬ ਦੇ ਨਾਲ ਚੱਲ ਰਹੇ, ਬਾਕੀ ਸਾਰੇ ਗੁਰੂ ਪਰਿਵਾਰ ਤੋਂ ਵੱਖਰੇ ਢੰਗ ਦੇ ਨਾਲ ਰਹਿ ਰਹੇ, ਆਪਣੀ ਮਨ ਮਰਜ਼ੀ ਕਰਨ ਵਾਲੇ ਬਾਬਾ ਧੀਰਮਲ ਨੂੰ ਵੀ ਸੱਦਿਆ ਹੈ। ਮਾਤਾ ਜੀ ਨੂੰ ਭੇਜਿਆ ਗਿਆ ਧੀਰਮਲ ਦੇ ਮਾਤਾ ਜੀ ਬਾਬਾ ਗੁਰਦਿੱਤਾ ਜੀ ਦੇ ਸੁਪਤਨੀ ਆਪਣੇ ਸੁਪੁੱਤਰ ਬਾਬਾ ਧੀਰਮਲ ਨੂੰ ਲੈ ਕਰਕੇ ਆਏ।
बड़ा माता ने समझाया, हे पुत्र ख्याल कर, छेवें पातशाह धन गुरु हरगोबिंद साहब जी तेरे दादा जी शरीर छड्डण वाले हन। उन्होंने ने वचन किया है कि कुछ दिनों बाद असी शरीर छड्डना है, चल तू भी कीरतपुर साहब जी की धरती ते चल। क्योंकि जे किते पातशाह धन गुरु हरगोबिंद साहब जी के चरणों के अखीर वेले भी जे तू झुक गया जां पातशाह जी तेरे ते प्रसन्न हो गए ना, तो ख्याल करी संगत विच तेरा मान सत्कार रह जाएगा। संगत बख्श देगी, पर जे तू गुरु घर दे नाल ना जुड़िया, इस तरह अपने ढंग दे नाल रहा ना, तो सतगुरां तो बाद गुरु कोई होर बन जाएगा तो तेनों किसी ने पूछना नहीं है। कीरतपुर की पावन धरती ते बाबा धीरमल कई तरह के मन के लालच रख के ते पहुँचा है, पर सह पातशाह धन गुरु हरगोबिंद साहब जी ने कोल सद्या ते अजे भी ने कुछ हंकार वालियां ते कुछ बड़ियां व्यर्थ जड़ियां गल्लां सतगुरां दे कोल बह के कीतियां। कहन लग्या, पातशाह जे मैं करतारपुर साहब जी की पवित्र धरती ते रह रहा हाँ, तो जिहड़ा करतारपुर का नगर है तुहाडा वसाया होया इस करके सही सलामत है, क्योंकि हे पातशाह मैं बादशाह दे नाल संधि कीती हुई है, समझौता किया होया है, मैं बादशाह दे नाल सहमत होकर चलदा हाँ। और हे पातशाह ये भी मैं अपने भले वास्ते किया है, नगर के भले वास्ते किया है। तो इस तरह दीयां कई गल्लां सतगुरां ने तां भी बहुता नहीं विचार की। पातशाह जी ने फिर बाबा धीरमल वाले पासे बहुता ध्यान भी नहीं दिता, तो ना बाबा धीरमल का संगत विचों बहुता मान सन्मान होया है। हुण सह पातशाह धन गुरु हरगोबिंद साहब जी ने एक दिन संगत विच वचन किया, कहन लगे कि भाई तीसरे दिन वड्डा दीवान लगेगा, तो उस दिन असी संगतां नूं दीदार बख्शिश करांगे, उस दिन वचन विलास करांगे। ते 3 दिन बाद असी आप जी नूं मिलांगे, वड्डा दीवान सजावांगे, उन्ना चिर तुसीं भगती करो, सिमरन करो, सेवा करो। बहुत सारी संगत आई है जिहड़ी रुक गई है सतगुरां दे चरनां दे विच, वापस नहीं कोई गए। छेवें पातशाह जी ने वचन कर दिता है कि असी हुण शरीर छड्डण वाले हाँ, तो जे पातशाह जी शरीर छड्डणगे तो फिर अगला गुरु भी थापणगे, गुरता गद्दी भी बख्शिश करनगे। इस करके कुछ दिन रुकना चाहिए है और सह पातशाह धन गुरु हरगोबिंद साहब जी दीदार करिए, तो अगला जिहड़ा गुरु बनेगा वो भी देख के जावांगे, नमस्कार करके जावांगे। संगत रुक गई है। इधर बाबा धीरमल विचार कर रहा है कि मेरे वाल सतगुरां ने बहुता ध्यान नहीं दिता, कोई मैनू संगत दे विचों भी बहुता मान सन्मान नहीं मिलिया। मान सन्मान इस करके नहीं मिलिया, जिहड़ा तां मनुख अपने मन के पिछे लगता है उन्होंने गुरबाणी दे विच ही मन मुख कहा गया है, अपने मन के पिछे लगन वाला। तो जिहड़ा गुरु की आग्या दे विच रहन वाला है उन्होंने गुरसिख आख्या गया है, गुरमुख आख्या गया है। तो गुरु घर दे विच हमेशा गुरमुखां दा, हमेशा गुरसिखां दा सत्कार है। जिहड़े अपने मन के पिछे लगन वाले उन्हां दा नहीं, जिहड़े गुरु के पिछे लगते हैं उन्हां दा ही सत्कार है। धीरमल मन दे विच विचारां कर रहा है। आओ इस तो जिहड़ा अगलेरा इतिहास है भावना सहित सरवण करिए। एक बारी गुरु के चरणों के विच सारी संगत फतेह की सांझ करो जी। वाहिगुरु जी का खालसा, वाहिगुरु जी की फतेह। हुण धीरमल सोचता है मैं करतारपुर साहब जी की धरती तो चल के भी आया हाँ, जे तां गुरता गद्दी मैनूं मिल जाए तो मेरी संगत विच रह आ जाएगी। जे सतगुरु जी मैनूं कोई ना कोई कोल बिठाउण, मेरे नाल सलाह मशवरा करन, जां
ਸਤਿਗੁਰੂ ਜੀ ਮੇਰੇ ਨਾਲ ਕੁਝ ਵਿਚਾਰਾਂ ਕਰਨ ਤੇ ਸੰਗਤ ਵਿੱਚ ਮੇਰਾ ਕੁਝ ਮਾਣ ਸਨਮਾਨ ਬਣ ਜਾਏਗਾ, ਪਰ ਸਤਿਗੁਰਾਂ ਨੇ ਤਾਂ ਬਹੁਤਾ ਮੇਰੇ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਹੈ। ਪਰ ਅਸਲ ਦੇ ਵਿੱਚ ਗੁਰਤਾ ਗੱਦੀ ਦਾ ਹੱਕਦਾਰ ਮੈਂ ਹੀ ਹਾਂ। ਸਤਿਗੁਰੂ ਜੀ ਨੂੰ ਚਾਹੀਦਾ ਹੈ ਕਿ ਉਹ ਮੈਨੂੰ ਗੁਰਤਾ ਗੱਦੀ ਦੇਣ। ਧੀਰਮਲ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰ ਕਰਦਾ ਹੈ, ਮੈਂ ਵੱਡਾ ਹਾਂ ਔਰ ਸਤਿਗੁਰੂ ਜੀ ਬੜਾ ਪਿਆਰ ਕਰਦੇ ਹਨ ਸ਼੍ਰੀ ਹਰਿ ਰਾਏ ਸਾਹਿਬ ਜੀ ਨਾਲ, ਪਰ ਉਹ ਤਾਂ ਮੇਰਾ ਛੋਟਾ ਭਰਾ ਹੈ। ਮੈਂ ਵੱਡਾ ਹਾਂ, ਜ਼ਿੰਮੇਵਾਰੀ ਜਿਹੜੀ ਹੈ ਗੁਰਤਾ ਗੱਦੀ ਮੈਨੂੰ ਹੀ ਦੇਣੀ ਬਣਦੀ ਹੈ। ਵੱਡੇ ਪੁੱਤਰ ਕੋ ਪੁੱਤਰ ਵਡੇਰੋ। ਤੇ ਮੈਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਹਾਂ, ਇਸ ਕਰਕੇ ਪਹਿਲ ਮੇਰੀ ਹੋਣੀ ਚਾਹੀਦੀ ਹੈ। ਔਰ ਕਹਿਣ ਲੱਗੇ ਕਿ ਇਸ ਕਰਕੇ ਬੇਦਤ ਬਾਤ ਸਭ ਲਖੇ ਘਨੇਰੋ, ਇਹ ਸਾਰੇ ਜਗਤ ਦੇ ਵਿੱਚ ਜਾਣਿਆ ਜਾਏਗਾ। ਜੇ ਗੁਰਤਾ ਗੱਦੀ ਮੈਨੂੰ ਮਿਲ ਜਾਏ ਤੇ ਵਡਿਆਈ ਹੋਏਗੀ, ਮਾਣ ਸਨਮਾਨ ਹੋਏਗਾ, ਸਾਰੀ ਸੰਗਤ ਸਾਰੇ ਲੋਕ ਚੁੱਕਣਗੇ। ਤੇ ਪਰ ਜੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਵਾਲੇ ਪਾਸੇ ਬਹੁਤਾ ਨਾ ਧਿਆਨ ਦੇਣਗੇ ਤੇ ਹੋਰਨਾਂ ਦਾ ਸਤਿਕਾਰ ਕਰਨਗੇ ਜਾਂ ਹੋਰਨਾਂ ਬਾਰੇ ਖਿਆਲ ਰੱਖਣਗੇ ਕਿ ਗੁਰਤਾ ਗੱਦੀ ਕਿਸੇ ਹੋਰ ਨੂੰ ਦੇਣੀ ਹੈ, ਤੇ ਫਿਰ ਧੀਰਮਲ ਸੋਚਦਾ ਮੈਂ ਫਿਰ ਚਤੁਰਾਈ ਕਰਾਂਗਾ, ਕੋਈ ਨਾ ਕੋਈ ਇਹੋ ਜਿਹੀ ਚਾਲ ਚੱਲਾਂਗਾ ਜਿਹਦੇ ਕਰਕੇ ਸਾਰੀ ਸੰਗਤ ਮੇਰੇ ਨਾਲ ਜੁੜੇਗੀ ਔਰ ਜਿਹਦੇ ਕਰਕੇ ਫਿਰ ਸੰਗਤ ਦੇ ਵਿੱਚ ਮੇਰੀ ਵਡਿਆਈ ਹੋ ਜਾਏਗੀ। ਮੈਂ ਅੱਗੇ ਆ ਜਾਵਾਂਗਾ, ਬਾਕੀ ਸਾਰੇ ਪਿੱਛੇ ਹੋ ਜਾਣਗੇ। ਮੈਨੂੰ ਕੋਈ ਛਲ ਕਰਨਾ ਚਾਹੀਦਾ ਹੈ, ਮੈਨੂੰ ਕੋਈ ਚਾਲ ਚੱਲਣੀ ਚਾਹੀਦੀ ਹੈ। ਤੇ ਮਨ ਦੇ ਵਿੱਚ ਇਹ ਸੋਚਦਾ ਹੈ। ਅਜੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਭਾਵ ਦਾਦਾ ਜੀ ਨੇ ਅਜੇ ਸਰੀਰ ਨਹੀਂ ਛੱਡਿਆ। ਕਿਉਂ ਨਾ ਸਤਿਗੁਰਾਂ ਦੇ ਹੁੰਦਿਆਂ ਮੈਂ ਆਪਣੇ ਆਪ ਦੀ ਪੂਜਾ ਕਰਵਾਵਾਂ, ਸੰਗਤ ਨੂੰ ਕੁਝ ਮਸੰਦਾਂ ਨੂੰ ਆਪਣੇ ਨਾਲ ਜੋੜਾਂ ਤੇ ਉਹ ਮੇਰੀ ਵਡਿਆਈ ਕਰਨ, ਸਿਫਤ ਕਰਨ ਤੇ ਸਾਰਿਆਂ ਨੂੰ ਕਹਿਣ ਕਿ ਇਹ ਦਾਅਵੇਦਾਰ ਹੈ। ਲੋਕ ਕੁਝ ਮੇਰੇ ਹੱਕ ਦੇ ਵਿੱਚ ਹੋ ਜਾਣ ਤੇ ਫਿਰ ਗੱਲ ਬਣ ਸਕਦੀ ਹੈ। ਧੀਰਮਲ ਇਸ ਤਰ੍ਹਾਂ ਵਿਚਾਰ ਕਰਦਾ ਹੈ ਕਿ ਸਤਿਗੁਰਾਂ ਦੇ ਸਰੀਰਕ ਦੇ ਰੂਪ ਦੇ ਵਿੱਚ ਹੁੰਦਿਆਂ ਹੋਇਆਂ ਮੈਂ ਆਪਣੀ ਪੂਜਾ ਕਰਵਾ ਲਵਾਂ, ਆਪਣਾ ਮਾਣ ਸਤਿਕਾਰ ਕਰਾ ਲਵਾਂ, ਗੁਰੂ ਬਣ ਕੇ ਬੈਠ ਜਾਵਾਂ ਤਾਂ ਗੱਲ ਬਣ ਸਕਦੀ ਹੈ। ਤੇ ਇੰਜ ਕਰਦਾ ਹਾਂ, ਮੈਂ ਮੰਜੀ ਦੇ ਉੱਪਰ ਬੈਠ ਕੇ ਸਤਿਗੁਰਾਂ ਦੇ ਵਾਂਗ ਪੀੜਾ ਲਾ ਕਰਕੇ ਬੈਠਦਾ ਹਾਂ। ਵਿਚਾਰਦਾ ਹੈ ਕਿ ਥਿਰ ਮੰਜੀ ਪਰ ਹੋਏ ਦਿਖ ਰਾਵਾ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਹੈ ਕਿ 3 ਦਿਨਾਂ ਬਾਅਦ ਵੱਡਾ ਦੀਵਾਨ ਸਾਜਿਆ ਜਾਏਗਾ ਤੇ ਉਸ ਦਿਨ ਅਸੀਂ ਸੰਗਤ ਦੇ ਨਾਲ ਬਚਨ ਵਿਲਾਸ ਹੁਕਮ ਕਰਾਂਗੇ। ਤੇ ਉਤਨੀ ਦੇਰ ਮੈਨੂੰ ਕੋਈ ਚਾਲ ਚੱਲਣੀ ਚਾਹੀਦੀ ਹੈ, ਸੰਗਤ ਨੂੰ ਆਪਣੇ ਨਾਲ ਜੋੜਨਾ ਚਾਹੀਦਾ ਹੈ। ਔਰ ਕਹਿਣ ਲੱਗੇ ਕਿ ਸਤਿਗੁਰਾਂ ਦੇ ਹੁੰਦਿਆਂ ਹੋਇਆਂ ਜੇ ਕੁਝ ਸੰਗਤ ਮੇਰੇ ਨਾਲ ਜੁੜ ਜਾਏ, ਮੇਰੇ ਅੱਗੇ ਭੇਟਾਵਾਂ ਲੱਖਣ ਲੱਗ ਪਏ, ਮੈਨੂੰ ਗੁਰੂ ਮੰਨਣ ਲੱਗ ਪਏ ਜਾਂ ਮੇਰਾ ਸਤਿਕਾਰ ਕਰਨ ਲੱਗ ਪਵੇ ਨਾ ਸੰਗਤ, ਤੇ ਫਿਰ ਪਾਤਸ਼ਾਹ ਜੀ ਵੀ ਪ੍ਰਭਾਵਿਤ ਹੋਣਗੇ। ਔਰ ਫਿਰ ਸੰਗਤ ਆਏਗੀ ਜਦੋਂ ਮੈਂ ਪਲੰਘਾ ਲਾ ਕੇ ਬੈਠਾਂਗਾ, ਸਤਿਗੁਰਾਂ ਦੇ ਵਾਂਗ ਆਪਣਾ ਸਤਿਕਾਰ ਕਰਾਵਾਂਗਾ, ਸਿਰ ਤੇ ਚੌਰ ਝੁੱਲੇਗਾ, ਉੱਪਰ ਛਤਰ ਝੁੱਲੇਗਾ ਨਾ ਜਦੋਂ, ਤੇ ਸਾਰੀ ਸੰਗਤ ਦੇ ਵਿੱਚ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ ਕਿ ਅਗਲਾ ਜਿਹੜਾ ਗੁਰੂ ਥਾਪਿਆ ਜਾਣਾ ਹੈ ਉਹ ਬਾਬਾ ਧੀਰਮਲ ਜੀ ਨੂੰ ਥਾਪਿਆ ਜਾਣਾ ਹੈ। ਔਰ ਇਸ ਕਰਕੇ ਸਾਰੀ ਸੰਗਤ ਨੂੰ, ਕੁਝ ਜਾਣਿਆਂ ਨੂੰ ਮੈਂ ਆਪਣੇ ਨਾਲ ਜੋੜ ਲਵਾਂਗਾ। ਤੇ ਜਿਹੜੇ ਫਿਰ ਇਸ ਵੇਲੇ ਮੇਰੇ ਅੱਗੇ ਝੁਕਣ ਲੱਗ ਪਏ ਜਾਂ ਜਿਹੜੇ ਮੇਰੇ ਕੋਲ ਆ ਗਏ, ਮੈਂ ਉਹਨਾਂ ਦੇ ਨਾਲ ਗੱਲਬਾਤ ਕਰਾਂਗਾ, ਉਹਨਾਂ ਨਾਲ ਵਿਚਾਰ ਕਰਾਂਗਾ। ਤੇ ਕੁਝ ਮਸੰਦਾਂ ਨੂੰ ਧੀਰਮਲ ਨੇ ਪਹਿਲਾਂ ਹੀ ਆਪਣੇ ਹੱਕ ਦੇ ਵਿੱਚ ਕੀਤਾ ਹੋਇਆ ਹੈ, ਕਈਆਂ ਨੂੰ ਆਪਣੇ ਨਾਲ ਜੋੜਿਆ ਹੋਇਆ ਹੈ। ਕਈ ਤਰ੍ਹਾਂ ਦੇ ਲਾਲਚ ਦੇ ਕਰਕੇ ਸੋਚਦਾ ਹੈ ਕਿ ਕੁਝ ਜਾਣਿਆਂ ਨੂੰ ਹੋਰ ਜੋੜ ਲਵਾਂ ਤੇ ਪਹਿਲਾਂ ਹੀ ਸਤਿਗੁਰਾਂ ਦੇ ਹੁੰਦਿਆਂ ਹੀ ਆਪਣੀ ਪੂਜਾ ਸ਼ੁਰੂ ਕਰਾ ਲਵਾਂ, ਸਤਿਗੁਰਾਂ ਦੇ ਹੁੰਦਿਆਂ ਹੀ।
ਦੇਖੋ ਮਨ ਦੇ ਵਿੱਚ ਇੰਨਾ ਲਾਲਚ ਹੈ। ਆਪਾਂ ਜਿਹੜੀ ਵਿਚਾਰ ਕਰ ਰਹੇ ਸੀ, ਇੱਕ ਤਾਂ ਉਹ ਗੁਰੂ ਕੇ ਪਿਆਰੇ ਜਿਹੜੇ ਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਹਨ, ਇੱਕ ਉਹ ਮੂਰਖ ਹਨ ਜਿਹੜੇ ਮਨ ਦੇ ਪਿੱਛੇ ਲੱਗਦੇ ਹਨ। ਮਨ ਦੇ ਵਿੱਚ ਆਇਆ ਹੈ ਕਿ ਹੇ ਧੀਰ ਮੱਲਾ, ਅੱਜ ਹੀ ਜੇਕਰ ਤੂੰ ਆਪਣੀ ਪੂਜਾ ਸ਼ੁਰੂ ਕਰਵਾ ਦਵੇਂ ਨਾ, ਸੰਗਤ ਵਿੱਚ ਸੰਗਤ ਤੇਰਾ ਮਾਣ ਸਤਿਕਾਰ ਕਰਨ ਲੱਗ ਪਏ, ਝੋਕਣ ਲੱਗ ਪਵੇ, ਅੱਜ ਜੇਕਰ ਤੈਨੂੰ ਗੁਰੂ ਦੇ ਵਾਂਗ ਸਤਿਕਾਰ ਮਿਲਣ ਲੱਗ ਪਵੇ ਤੇ ਫਿਰ ਲੰਮਾ ਸਮਾਂ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਤੇਰਾ ਸਤਿਕਾਰ ਬਣਿਆ ਰਹੇਗਾ ਤੇ ਸਤਿਗੁਰਾਂ ਨੂੰ ਵੀ ਮੈਨੂੰ ਹੀ ਗੁਰਤਾ ਗੱਦੀ ਦੇਣੀ ਪਵੇਗੀ। ਪੂਜਾ ਕਰੈ ਸਦੀਵ ਹਮਾਰੀ, ਤੇ ਫਿਰ ਜ਼ਿੰਦਗੀ ਭਰ ਵਾਸਤੇ ਮੇਰੀ ਪੂਜਾ ਹੋਣ ਲੱਗ ਪਏਗੀ, ਮੈਂ ਗੁਰੂ ਬਣ ਜਾਵਾਂਗਾ। ਗੁਰ ਨਿਤਸੈ ਪਰਸੋਂ ਬਾਹਿਰ, ਔਰ ਅਜੇ ਤਾਂ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਕਿ ਉਹ ਪਰਸੋਂ 2 ਦਿਨ ਬਾਅਦ ਸੰਗਤ ਦੇ ਸਾਹਮਣੇ ਆਉਣਗੇ, ਸੰਗਤ ਵਿੱਚ ਬੈਠਣਗੇ। ਉਤਨਾ ਦੇਰ ਜੇ ਮੈਂ ਕੋਸ਼ਿਸ਼ ਕਰਾਂ ਤੇ ਬਹੁਤ ਸਾਰੀ ਸੰਗਤ ਨੂੰ ਆਪਣੇ ਨਾਲ ਜੋੜ ਸਕਦਾ ਹਾਂ। ਮੈਂ ਹੋਏ ਪ੍ਰਾਗ ਥਰਾਂ ਵਿੱਚ ਜਾਹਰ, ਤੇ ਮਨ ਦੇ ਵਿੱਚ ਵਿਚਾਰਿਆ ਹੈ ਕਿ ਸੁਬਹ ਅੰਮ੍ਰਿਤ ਵੇਲਾ ਹੁੰਦਿਆਂ ਸਾਰੀ ਮੈਂ ਬਾਹਰ ਪਲੰਘਾ ਲਾ ਕਰਕੇ ਬੈਠ ਕਰਕੇ ਤੇ ਗੁਰੂਆਂ ਦੀ ਤਰ੍ਹਾਂ ਇੱਥੇ ਬੈਠਾਂਗਾ ਤੇ ਸੰਗਤ ਨਾਲ ਬਚਨ ਵਿਲਾਸ ਕਰਾਂਗਾ ਤੇ ਸੰਗਤ ਵਿੱਚ ਮੇਰੀ ਵਡਿਆਈ, ਮੇਰੀ ਪੂਜਾ ਹੋਏਗੀ। ਬ੍ਰਿੰਦ ਉਪਾਇਨ ਆਨੀ ਸਵੈ, ਔਰ ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਲਿਆ ਕਰਕੇ ਸੰਗਤ ਮੇਰੇ ਅੱਗੇ ਰੱਖਣਾ ਸ਼ੁਰੂ ਕਰ ਦੇਵੇਗੀ ਕਿ ਅਗਲਾ ਜਿਹੜਾ ਗੁਰੂ ਹੈ ਉਹ ਤਾਂ ਧੀਰ ਮੱਲ ਨੇ ਹੀ ਬਣਨਾ ਹੈ। ਅਰਪਾਂਗੇ ਤਵੈ, ਔਰ ਮੈਨੂੰ ਵੇਖ ਵੇਖ ਕੇ ਕਿ ਇਹ ਸਤਿਗੁਰਾਂ ਦਾ ਪੋਤਰਾ ਹੈ, ਵੱਡਾ ਹੈ, ਔਰ ਅੰਮ੍ਰਿਤ ਬਾਣੀ ਦੇ ਸਰੂਪ ਵੀ ਇਹਦੇ ਕੋਲ ਹਨ, ਇਹਨੇ ਗੁਰੂ ਬਣਨਾ ਹੈ। ਇਸ ਕਰਕੇ ਬਹੁਤ ਸਾਰੀ ਸੰਗਤ ਮੇਰੇ ਅੱਗੇ ਭੇਟਾਵਾਂ ਰੱਖੇਗੀ। ਗੁਰ ਸੰਪੰਨ ਕੈ ਦਿਨੋਂ ਦਿਖਾਈ, ਔਰ ਸਤਿਗੁਰਾਂ ਦੇ ਵਾਂਗ ਸਾਰਾ ਕੁਛ ਲਾ ਕਰਕੇ ਵੀ ਪਲੰਘਾ ਲਾ ਕਰਕੇ ਔਰ ਆਪਣੇ ਸੇਵਾਦਾਰਾਂ ਨੂੰ ਕਹਿ ਕਰਕੇ ਚੌਰ ਚਲਾ ਕੇ ਤੇ ਛਤਰ ਚਲਾ ਕਰਕੇ ਜਦੋਂ ਮੈਂ ਬੈਠ ਜਾਵਾਂਗਾ, ਇੱਕ ਵਾਰੀ ਕੰਮ ਸ਼ੁਰੂ ਹੋ ਗਿਆ ਨਾ, ਜਦੋਂ ਸਾਰੀ ਸੰਗਤ ਆ ਕੇ ਝੁਕਣ ਲੱਗ ਪਏਗੀ ਤੇ ਫਿਰ ਪਾਤਸ਼ਾਹ ਜੀ ਵੀ ਇਹ ਸਾਰਾ ਕੁਛ ਦੇਖ ਕੇ ਤੇ ਸੰਗਤ ਵੀ ਉਹਨਾਂ ਨੂੰ ਬੇਨਤੀ ਕਰੇਗੀ ਤੇ ਸਤਿਗੁਰੂ ਜੀ ਮੈਨੂੰ ਵੀ ਵਡਿਆਈ ਦੇਣਗੇ। ਜਿਸ ਤੇ ਮਾਨਤ ਰਹਿ ਸਦਾਈ, ਔਰ ਜਿਹਦੇ ਕਰਕੇ ਹਮੇਸ਼ਾ ਵਾਸਤੇ ਮੇਰੀ ਮਾਨਤਾ ਹੋਏਗੀ, ਹਮੇਸ਼ਾ ਵਾਸਤੇ ਫਿਰ ਮੈਂ ਗੁਰੂ ਬਣ ਜਾਵਾਂਗਾ। ਸੰਗ ਮਸੰਦਨ ਮਸਲਤ ਕੀਨ, ਔਰ ਫਿਰ ਆਪਣੇ ਜਿਹੜੇ ਉਹਦੇ ਹੱਕ ਦੇ ਵਿੱਚ ਚੱਲਣ ਵਾਲੇ ਕੁਛ ਲੋਕ ਸਨ, ਕੁਛ ਮਸੰਦ ਸਨ ਨਾ, ਜਿਹੜੇ ਧੀਰਮਲ ਨੇ ਲਾਲਚ ਦੇ ਦੇ ਕੇ ਆਪਣੇ ਨਾਲ ਜੁੜੇ ਹੋਏ ਸਨ। ਲੰਮੇ ਸਮੇਂ ਤੋਂ ਇਹ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਰਹਿ ਰਿਹਾ ਹੈ ਤੇ ਇਹਦੇ ਆਪਣੇ ਕੋਲ ਕੁਝ ਸੇਵਕ ਹਨ, ਕੁਝ ਮਸੰਦ ਹਨ। ਇਹਨੇ ਫਿਰ ਉਹਨਾਂ ਦੇ ਨਾਲ ਸਲਾਹ ਕੀਤੀ ਹੈ ਕਿ ਭਾਈ ਆਪਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਬਿਨੋ ਸਰਾਹਿਓ ਤੂੰ ਮਤ ਪੀਨ, ਔਰ ਉਹਨਾਂ ਨੇ ਜਿਹੜੇ ਮਸੰਦ ਧੀਰ ਮੱਲ ਤੋਂ ਤਨਖਾਹ ਲੈਂਦੇ ਹਨ ਜਾਂ ਪੈਸਾ ਧਨ ਦੌਲਤ ਲੈਂਦੇ ਹਨ ਜਾਂ ਧੀਰ ਮੱਲ ਦੇ ਨਾਲ ਜੁੜੇ ਹੋਏ ਹਨ, ਉਹਨਾਂ ਨੇ ਤਾਂ ਕਹਿਣਾ ਹੀ ਸੀਗਾ। ਕਹਿਣ ਲੱਗੇ ਹੇ ਧੀਰ ਮੱਲ ਤੂੰ ਬਹੁਤ ਚੰਗਾ ਢੰਗ ਸੋਚਿਆ ਹੈ, ਤਰਤੀਬ ਕੱਢੀ ਹੈ, ਜੇ ਤੂੰ ਇੰਜ ਕਰ ਲਵੇਂ ਨਾ ਤੇ ਵਾਕਈ ਤੂੰ ਗੁਰੂ ਬਣ ਸਕਦਾ ਹੈ। ਇਹਨਾਂ ਨੇ ਧੀਰ ਮੱਲ ਦੀ ਹਾਂ ਦੇ ਵਿੱਚ ਹਾਂ ਮਿਲਾਈ ਹੈ। ਸਦਾ ਸੰਗ ਤਿਸਕੇ ਸੋ ਰਹੈ, ਔਰ ਕਹਿਣ ਲੱਗੇ ਕਿ ਜਿਹੜੇ ਹਮੇਸ਼ਾ ਮਸੰਦ ਦਿਨ ਰਾਤ ਧੀਰ ਮੱਲ ਦੇ ਕੋਲ ਰਹਿੰਦੇ ਸਨ, ਗੁਰ ਬਿਗਰੈ ਤਿਨਹੀ ਨਿਤ ਕਹੈ, ਔਰ ਇਹਨਾਂ ਨੇ ਇਹ ਨਹੀਂ ਵਿਚਾਰਿਆ ਕਿ ਇਸ ਤਰ੍ਹਾਂ ਤਾਂ ਸਤਿਗੁਰੂ ਜੀ ਪ੍ਰਸੰਨ ਨਹੀਂ ਹੋਣਗੇ, ਸਗੋਂ ਵਿਗਾੜ ਪੈਦਾ ਹੋਏਗਾ। ਪਰ ਇਹਨਾਂ ਨੇ ਦੇਖੋ ਉਸ ਵੇਲੇ ਜਿਸ ਤਰ੍ਹਾਂ ਧੀਰ ਮੱਲ ਨੇ ਕਿਹਾ ਹੈ ਉਸੇ ਤਰ੍ਹਾਂ ਉਹਦੀ ਸਲਾਹ ਜਿਹੜੀ ਹੈ ਠੀਕ ਆਖੀ ਹੈ। ਤਬ ਚਲ ਆਈ, ਔਰ ਹੁਣ ਲੱਖਾਂ ਦੀ ਗਿਣਤੀ ਦੇ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਜਦੋਂ ਸੰਗਤ ਨੇ ਸੁਣਿਆ ਹੈ ਕਿ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਰੀਰ ਛੱਡਣ ਵਾਲੇ ਹਨ, ਇੱਕ ਦੂਜੇ ਨੂੰ ਕਹਿ ਕਰਕੇ ਨਗਰਾਂ ਦੇ ਨਗਰ ਆਏ, ਆਓ 6ਵੇਂ ਪਾਤਸ਼ਾਹ ਜੀ ਦੇ ਅਖੀਰ ਵਾਰੀ ਦਰਸ਼ਨ ਕਰਕੇ ਆਈਏ। ਸਤਿਗੁਰਾਂ ਨੇ ਸਰੀਰ ਛੱਡਣਾ ਹੈ ਔਰ ਅਗਲਾ ਗੁਰੂ ਵੀ ਥਾਪਣਾ ਹੈ। ਐਸਾ ਜਿਹੜਾ ਸਮਾਂ ਉਹ ਵਾਰ-ਵਾਰ ਨਹੀਂ ਆਏਗਾ, ਦੁਬਾਰਾ ਫਿਰ ਕਦੇ 6ਵੇਂ ਪਾਤਸ਼ਾਹ ਜੀ ਦੇ ਦੀਦਾਰ ਨਹੀਂ ਹੋਣਗੇ। ਆਓ ਆਪਾਂ ਚੱਲੀਏ।
ਲੱਖਾਂ ਦੀ ਗਿਣਤੀ ਦੇ ਵਿੱਚ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸੰਗਤ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੁਨੇਹਾ ਪ੍ਰਾਪਤ ਕਰਕੇ ਪਹੁੰਚੀ ਹੈ। ਦੇਸ਼ਨ ਕੇ ਮਸੰਗ ਸਮੁਦਾਈ ਔਰ ਕੁਝ ਦਿਨ ਪਹਿਲਾਂ ਸੁਨੇਹਾ ਭੇਜ ਦਿੱਤਾ ਗਿਆ ਹੈ ਤੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚੋਂ ਮਸੰਦ ਅਤੇ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰ ਹੋਈ ਹੈ। ਅਬ ਕਹਿ ਦੇਖੈ ਤੋਹੇ ਪ੍ਰਤਾਪੂ ਔਰ ਭਾਈ ਅੱਜ ਵਾਲਾ ਜਿਹੜਾ ਪ੍ਰਤਾਪ ਹੈ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਦੀਦਾਰ ਹੈ ਨਾ, ਦਰਸ਼ਨ ਹੈ, ਉਹ ਦੁਬਾਰਾ ਥੋੜ੍ਹੀ ਹੋਏਗਾ ਕਦੇ। ਇਸ ਕਰਕੇ ਚਲੋ ਛੱਡੋ ਕੰਮ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੀਏ। ਉਹਨੇ ਭੇਟ ਲੈ ਪਹੁੰਚੈ ਆਪੂ ਔਰ ਸੁੰਦਰ ਕਈ ਤਰ੍ਹਾਂ ਦੀਆਂ ਭੇਟਾਵਾਂ ਘਰਾਂ ਦੇ ਵਿੱਚੋਂ ਔਰ ਮਨ ਦੇ ਵਿੱਚ ਸੰਗਤ ਦੇ ਬੈਰਾਗ ਵੀ ਹੈ ਤੇ ਗੁਰੂ ਕੀ ਸੰਗਤ ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚ ਰਹੀ ਹੈ। ਇਸ ਮੈਂ ਨਿਸ਼ਚੈ ਕਰ ਸੋਏ ਔਰ ਇਧਰ ਧੀਰਮਲ ਮਨ ਦੇ ਵਿੱਚ ਇਸ ਤਰ੍ਹਾਂ ਨਿਸ਼ਚਾ ਕਰਕੇ ਔਰ ਰਾਤ ਇਸਨੇ ਬਤੀਤ ਕੀਤੀ ਹੈ। ਜਾਗੇ ਸਕਲ ਪ੍ਰਾਤ ਕੇ ਹੋਏ ਤੇ ਜਦੋਂ ਦਿਨ ਚੜ੍ਹਿਆ, ਸੁਬਹ ਹੋਈ ਹੈ ਤੇ ਧੀਰਮਲ ਅੱਜ ਬੜੀ ਸਵੇਰ ਤੜਕੇ ਜਾਗਿਆ ਹੈ। ਮੁੱਠਾ ਚਮਰ ਸੇਵਕਨ ਦੀਨਾ ਔਰ ਉਹਨੇ ਆਪਣੇ ਸੇਵਕਾਂ ਨੂੰ ਜਿਸ ਤਰ੍ਹਾਂ ਸਮਝਾਇਆ ਸੀਗਾ, ਉਹਨਾਂ ਨੇ ਉਸੇ ਢੰਗ ਦੇ ਨਾਲ ਕੀਤਾ। ਸੋਇਨੇ ਦੀਆਂ ਮੁੱਠਾਂ ਵਾਲੇ ਜਿਹੜੇ ਚੌਰ ਸਾਹਿਬ ਬੜੇ ਸੋਹਣੇ ਸਨ, ਉਹ ਲੈ ਕਰਕੇ ਗਏ ਹਨ ਬੜੋ ਪਖੰਡ ਰਚਨ ਤਬ ਕੀਨਾ ਤੇ ਬਹੁਤ ਵੱਡਾ ਜਿਹੜਾ ਪਖੰਡ ਹੈ, ਧੀਰਮਲ ਨੇ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਕਰਕੇ ਹੁੰਦਿਆਂ ਹੀ ਪਹਿਲਾਂ ਤਾਂ ਜਦੋਂ ਅਗਲਾ ਗੁਰੂ ਥਾਪਿਆ ਜਾਂਦਾ ਸੀਗਾ, ਜਦੋਂ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਸੀ, ਚੌਰ ਉਦੋਂ ਝੁਲਦੇ ਸਨ। ਪਰ ਧੀਰਮਲ 2 ਦਿਨ ਪਹਿਲਾਂ ਹੀ ਆਪਣੇ ਆਪ ਨੂੰ ਗੁਰੂ ਥਾਪਣਾ ਚਾਹੁੰਦਾ ਹੈ ਤੇ ਆਪਣੇ ਆਪ ਹੀ ਚੌਰ ਵਰਤਾਰ ਤਿਆਰ ਕਰਕੇ ਛਤਰ ਚੜਾਉਣ ਵਾਲੇ ਤੇ ਆਪਣੇ ਆਪ ਹੀ ਨਾਲ ਲੈ ਕੇ ਤੁਰ ਪਿਆ ਹੈ। ਹੁਣ ਦਿਨ ਚੜ੍ਹਿਆ ਹੈ ਤੇ ਵੱਡਾ ਸਾਰਾ ਜਿਹੜਾ ਪਖੰਡ ਇਸ ਨੇ ਕੀਤਾ ਹੈ। ਗੀਤ ਬਾਜ਼ਾਰ ਫਰਸ਼ ਕਰਵਾਇਓ ਔਰ ਜਿੱਥੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਰੀਬ ਨਿਵਾਜ ਪਾਤਸ਼ਾਹ ਜੀ ਰਹਿ ਰਹੇ ਹਨ, ਉਹ ਤੋਂ ਥੋੜ੍ਹਾ ਜਿਹਾ ਹਟਵਾ ਜਿੱਧਰ ਦੀ ਸੰਗਤ ਆ ਰਹੀ ਹੈ, ਜਿਹੜਾ ਬਾਜ਼ਾਰ ਹੈ, बीच बाजार फर्श करवायो। एक सोहनी जिहड़ी विछाई है सोहने ढंग दी धीरमल ने अपने सेवकों को कह करके करवाई है। ते कई तरह के सोहने जिहड़े गलीचे कई रंगां दे जिहड़े उत्थे विछाए हुए हन। ते आप भी बड़ा सोहना जिहड़ा जामा है, जिस तरह के जामे सोहने खूबसूरत पातशाह जी पहनते हैं, उस तरह का जिहड़ा कपड़ा है शरीर ते धारण किया है। और हुण बहुत सुंदर ते सोहना ये पहरावा धारण करके ते गुरुआं वांग बन के ये बाजार दे विच पहुंचिया है। और कंचन दी मुट्ठी वाला सोने दी मुट्ठियां वाला बड़े खूबसूरत चौर साहब मंगवाए इन्हें पहला ही। और जिहड़े सेवादार सन वो इहदे ते कर रहे हैं। और अपने शरीर दे पर बड़े तरह के होर भी कई तरह दी कीमती चीज़ां जिहड़ियां इन्हें शरीर ते धारण कीतियां हन। और हुण सीस के उपर कलगी भी ला ली है, जिवें छेवें पातशाह धन गुरु हरगोबिंद साहब जी लाया करते सन। ते बहुत सोहना जामा भी पहन लिया है, ते बहुत सोहना जिहड़ा वो पलंगा भी ला लिया है। धीरमल ने सारा जिहड़ा सांग ये जिहड़ा तमाशा किया है। ते जिथे सोहना फर्श किया हुआ है, तैयारी की हुई है, सारा प्रबंध किया हुआ है, धीरमल बड़ी सुबह उत्थे पहुँच गया है। और जिथे बहुत सोहना जिहड़ा तगड़ा जिहड़ा पलंगा डाया हुआ है, जिधर दी संगत ने लंघ के छेवें पातशाह धन गुरु हरगोबिंद साहब जी दे कोल जाना है अमृत वेले।
ਅੰਮ੍ਰਿਤ ਵੇਲੇ ਵੱਡੀ ਗਿਣਤੀ ਦੇ ਵਿੱਚ ਸੰਗਤ ਦਰਬਾਰ ਦੇ ਵਿੱਚ ਹਾਜ਼ਰੀ ਭਰਦੀ ਹੈ। ਆਸਾ ਜੀ ਕਈ ਵਾਰ ਦਾ ਕੀਰਤਨ ਹੁੰਦਾ ਹੈ। ਨੇ ਤਗੜਾ ਜਿਹੜਾ ਪਲੰਗਾ ਤੇ ਸੋਹਣੀ ਵਿਛਾਈ ਜਿਹੜੀ ਕੀਤੀ ਉੱਥੇ ਪਹੁੰਚਿਆ ਹੈ। ਧਰਿਓ ਏਕ ਉਪਧਾਨ ਬਿਲੰਦ, ਤੇ ਉਹਦੇ ਪਿਛਲੇ ਪਾਸੇ ਇੱਕ ਤਗੜਾ ਜਿਹੜਾ ਸਰਾਣਾ ਢੋ ਲਾਉਣ ਵਾਸਤੇ ਰੱਖਿਆ ਹੋਇਆ ਹੈ। ਇਸ ਪਰ ਬੈਠਿਓ ਮੋਦ ਉਪਾਏ, ਤੇ ਉਸ ਉੱਪਰ ਜਾ ਕਰਕੇ ਧੀਰ ਮੱਲ ਬੜੇ ਨੇਤਰ ਥੱਲੇ ਨੂੰ ਝੁਕਾ ਕਰਕੇ ਤੇ ਰਸਨਾ ਤੋਂ ਬੜਾ ਚਿਹਰੇ ਤੋਂ ਮੁਸਕਰਾ ਰਿਹਾ ਹੈ ਤੇ ਉਸ ਪਲੰਗੇ ਦੇ ਉੱਪਰ ਜਾ ਕੇ ਬੈਠਿਆ ਹੈ। ਚੌਂਦਿਸ਼ ਦਾਸ ਤੇਰੇ ਸਮੁਦਾਏ, ਤੇ ਚਾਰੇ ਪਾਸੇ ਜਿਹੜੇ ਆਪਣੇ ਦਾਸ ਸਨ, ਜਿਹੜੇ ਉਹਦੇ ਆਖੇ ਲੱਗਣ ਵਾਲੇ, ਉਹਦੇ ਹੁਕਮ ਦੇ ਵਿੱਚ ਚੱਲਣ ਵਾਲੇ ਸਨ, ਉਹ ਚਾਰੇ ਪਾਸੇ ਧੀਰਮਲ ਦੇ ਖੜ ਗਏ ਹਨ। ਸੂਰੇ ਸਤਿਗੁਰ ਤੁਮ ਅੰਤਰ ਜਾਮੀ, ਔਰ ਉਹ ਵਾਰ-ਵਾਰ ਕਹਿ ਰਹੇ ਸਨ, ਜਿਸ ਤਰ੍ਹਾਂ ਧੀਰਮਲ ਨੇ ਸਲਾਹ ਬਣਾਈ ਹੈ, ਵਿਉਂਤਬੰਦੀ ਘੜੀ ਹੈ, ਜਿਸ ਤਰ੍ਹਾਂ ਆਪਣੇ ਸੇਵਾਦਾਰਾਂ ਨੂੰ ਤਿਆਰ ਕੀਤਾ ਹੈ, ਉਸੇ ਮੁਤਾਬਕ ਹੇ ਸਤਿਗੁਰੂ ਜੀ, ਹੇ ਬਾਬਾ ਧੀਰਮਲ ਜੀ, ਤੁਸੀਂ ਤਾਂ ਅੰਤਰਜਾਮੀ ਹੋ, ਤੁਸੀਂ ਸਾਰਾ ਕੁਝ ਕਰਨ ਕਰਾਉਣ ਵਾਲੇ ਹੋ। ਸ਼੍ਰੀ ਸਤਿਗੁਰ ਤੁਮ ਅੰਤਰਜਾਮੀ, ਹੇ ਬਾਬਾ ਧੀਰਮਲ ਜੀ, ਤੁਸੀਂ ਸਾਰੇ ਕੁਝ ਦੇ ਮਾਲਕ ਹੋ। ਕਰੈ ਖੁਸ਼ਾਮਦ ਕਹਿ ਕੈ ਸੁਆਮੀ, ਔਰ ਇਸ ਤਰ੍ਹਾਂ ਦੀਆਂ ਖੁਸ਼ਾਮਦਾਂ, ਇਸ ਤਰ੍ਹਾਂ ਦੀਆਂ ਤਾਰੀਫਾਂ, ਇਸ ਤਰ੍ਹਾਂ ਦੀਆਂ ਵਡਿਆਈਆਂ ਆਮ ਜਿਹੜੀ ਸੰਗਤ ਅੰਮ੍ਰਿਤ ਵੇਲੇ ਆਉਣ ਵਾਲੀ ਹੈ, ਪਹੁੰਚੀ ਜਿਹੜੀ ਸੰਗਤ ਹੈ, ਉਹਨਾਂ ਨੂੰ ਪ੍ਰਭਾਵਿਤ ਕਰਨ ਵਾਸਤੇ, ਉਹਨਾਂ ਨੂੰ ਆਪਣੇ ਨਾਲ ਜੋੜਨ ਵਾਸਤੇ, ਜਿਹੜੇ ਧੀਰਮਲ ਦੇ ਆਪਣੇ ਨਿੱਜੀ ਸੇਵਾਦਾਰ ਸਨ, ਜਿਹੜੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਵੀ ਇਹਦੇ ਕੋਲ ਰਹਿੰਦੇ ਸਨ, ਉਹ ਇਸ ਤਰ੍ਹਾਂ ਸੰਗਤ ਨੂੰ ਸੁਣਾ ਕੇ ਧੀਰਮਲ ਦੀ ਵਡਿਆਈ ਕਰ ਰਹੇ ਹਨ। ਸਿਰ ਉੱਪਰ ਚੰਦੋਆ ਬਨਿਓ, ਔਰ ਬਹੁਤ ਖੂਬਸੂਰਤ ਕੀਮਤੀ ਜਿਹੜਾ ਇੱਕ ਵੱਡਾ ਚੰਦੋਆ ਹੈ, ਉਹ ਧੀਰਮਲ ਨੇ ਆਪਣੇ ਸਿਰ ਉੱਪਰ ਤਾਂ ਲਵਾਇਆ ਹੋਇਆ ਹੈ। ਰੇਸ਼ਮ ਡੋਰਾ ਚੌਂ, ਔਰ ਰੇਸ਼ਮ ਦੇ ਜਿਹੜੇ ਡੋਰੇ ਹਨ, ਉਹ ਚਾਰੇ ਪਾਸੇ ਲੱਗੇ ਹੋਏ ਹਨ। ਬੜੀ ਤਿਆਰੀ ਜਿਹੜੀ ਹੈ, ਸੋਹਣੇ ਢੰਗ ਦੀ ਪ੍ਰਭਾਵਸ਼ਾਲੀ ਕੀਤੀ ਹੋਈ ਹੈ। ਵਿਚਰਤ ਇਤ ਉਤ ਸਿੱਖ ਸਮੁਦਾਏ, ਔਰ ਇੱਧਰ ਉੱਧਰ ਜਿਹੜੇ ਸਿੱਖ ਵਿਚਰ ਰਹੇ ਸਨ, ਜਿਹੜੇ ਸਿੱਖ ਲੰਘ ਰਹੇ ਸਨ, ਉਹ ਦੇਖ ਕੇ ਬੜੇ ਪ੍ਰਭਾਵਿਤ ਹੁੰਦੇ ਹਨ। ਦੇਖਦੇ ਹਨ ਕਿ ਸ਼ਾਇਦ ਪਾਤਸ਼ਾਹ ਜੀ, 6ਵੇਂ ਪਾਤਸ਼ਾਹ ਜੀ ਬੈਠੇ ਹਨ। ਕਈ ਵਾਰ ਉੱਧਰ ਨੂੰ ਸਿੱਖ ਚੱਲ ਕੇ ਵੀ ਆਉਂਦੇ ਹਨ। ਕਰਿਓ ਬਿਲੋਕਨ ਮੇਲ ਜੁਆਏ, ਤੇ ਜਿਹੜਾ ਬਹੁਤ ਵੱਡੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਇੱਕ ਮੇਲੇ ਦੀ ਤਰ੍ਹਾਂ ਸੰਗਤ ਇਕੱਤਰ ਹੋ ਗਈ ਹੈ। ਦੇਸ਼ਾਂ ਵਿਦੇਸ਼ਾਂ ਦੀ ਸੰਗਤ ਪਹੁੰਚ ਗਈ ਹੈ। ਤੰਬੂਆਂ ਦੇ ਵਿੱਚੋਂ ਅੰਮ੍ਰਿਤ ਵੇਲੇ ਨਿਕਲ ਕੇ ਬਾਹਰ ਜਦੋਂ ਸੰਗਤ 6ਵੇਂ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਜਾ ਰਹੀ ਹੈ, ਤੇ ਰਸਤੇ ਦੇ ਵਿੱਚ ਧੀਰਮਲ ਦਾ ਇਹ ਜਿਹੜੀ ਵੱਡੀ ਤਿਆਰੀ ਕਰਕੇ ਤੇ ਜਿਹੜਾ ਬੈਠਾ ਹੈ, ਸੰਗਤ ਇਹਨੂੰ ਵੀ ਆ ਕੇ ਦੇਖਦੀ ਹੈ। ਸਿੱਖ ਉਪਰ ਅਰਥ ਨ ਜਾਣੇ, ਕੁਝ ਤਾਂ ਸੰਗਤ ਅਜਿਹੀ ਹੈ ਜਿਹੜੀ ਨੇਤੀ ਕੋਲ ਰਹਿਣ ਵਾਲੀ ਹੈ, ਗੁਰੂ ਕੀ ਮਰਿਆਦਾ ਤੋਂ ਚੰਗੀ ਤਰ੍ਹਾਂ ਜਾਣਦੀ ਹੈ, ਤੇ ਬਾਕੀ ਗੁਰੂ ਕੇ ਪਰਿਵਾਰ ਤੋਂ ਵੀ ਭੇਤੀ ਹੈ ਕਿ ਧੀਰਮਲ ਕਿਵੇਂ ਚੱਲਣ ਵਾਲਾ ਹੈ ਤੇ ਬਾਕੀ ਪਰਿਵਾਰ ਕਿਵੇਂ ਦਾ ਹੈ। ਕੁਝ ਤਾਂ ਜਾਣਕਾਰ ਹਨ ਤੇ ਕੁਝ ਅਜਿਹੇ ਵੀ ਗੁਰਮੁਖ ਪਿਆਰੇ ਹਨ ਜਿਹੜੇ ਕਦੇ ਕੋਈ 6 ਮਹੀਨੇ ਬਾਅਦ ਆਉਣ ਵਾਲੇ ਹਨ, ਕੋਈ ਸਾਲ ਬਾਅਦ ਆਉਣ ਵਾਲਾ ਹੈ, ਕੋਈ 2-4 ਸਾਲ ਬਾਅਦ ਵੀ ਆਉਣ ਵਾਲਾ ਹੈ। ਇਸ ਕਰਕੇ ਸੰਗਤ ਦੇਸ਼ਾਂ ਵਿਦੇਸ਼ਾਂ ਦੀ ਆਈ ਹੈ। ਬਹੁਤ ਸਾਰੇ ਗੁਰਮੁਖ ਪਿਆਰੇ ਤਾਂ ਜਾਣਦੇ ਹਨ, ਪਰ ਦੂਰ ਵਾਲੀ ਸੰਗਤ ਅਣਜਾਣ ਹੈ। ਗੁਰ ਗੁਰ ਅਰਥ ਬੰਦਨਾ ਖਾਨੇ, ਔਰ ਇਸ ਕਰਕੇ ਜਦੋਂ ਧੀਰਮਲ ਦੇ ਸੇਵਾਦਾਰ ਆਖਦੇ ਹਨ ਨਾ ਕਿ ਤੂੰ ਤਾਂ ਸੱਚਾ ਪਾਤਸ਼ਾਹ ਹੈ, ਹੇ ਧੀਰਮਲ ਤੁਸੀਂ ਅੰਤਰਜਾਮੀ ਹੋ, ਤੁਸੀਂ ਸਾਰਾ ਕੁਝ ਕਰਨ ਕਰਾਉਣ ਵਾਲੇ ਹੋ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਗੁਰੂ ਬਣਨਾ ਹੈ। 6ਵੇਂ ਪਾਤਸ਼ਾਹ ਜੀ ਨੇ ਤੁਹਾਨੂੰ ਗੁਰੂ ਥਾਪਣਾ ਹੈ। ਤੇ ਇਸ ਢੰਗ ਦੇ ਨਾਲ ਜਿਹੜੀਆਂ ਸਿਫਤਾਂ ਉਹਦੇ ਨਿੱਜੀ ਸੇਵਾਦਾਰ ਕਰ ਰਹੇ ਹਨ, ਇਹ ਗੱਲਾਂ ਸੁਣ ਕੇ ਤੇ ਜਿਹੜੇ ਆਮ ਸੰਗਤ ਦੂਰ ਤੋਂ ਆਈ ਹੈ ਨਾ, ਉਹ ਵੀ ਪ੍ਰਭਾਵਿਤ ਹੁੰਦੀ ਹੈ ਕਿ ਸ਼ਾਇਦ ਬਾਬਾ ਧੀਰਮਲ ਨਹੀਂ ਗੁਰੂ ਬਣਨਾ ਹੈ। ਇਸ ਕਰਕੇ ਸੰਗਤ ਬਾਬਾ ਧੀਰਮਲ ਦਾ ਵੀ ਬਹੁਤ ਵੱਡਾ ਸਤਿਕਾਰ ਕਰ ਰਹੀ ਹੈ। ਨਿਜ ਨਿਜ ਡੇਰੇ ਮੈਂ ਤਬ ਜਾਏ, ਤੇ ਫਿਰ ਕਈ ਵਾਰ ਸੰਗਤ ਨੂੰ ਜਦੋਂ ਪਤਾ ਲੱਗਦਾ ਹੈ ਕਿ 6ਵੇਂ ਪਾਤਸ਼ਾਹ ਜੀ ਤਾਂ ਅਜੇ ਪਰਸੋਂ ਦਰਸ਼ਨ ਦੀਦਾਰੇ ਦੇਣਗੇ, ਸਤਿਗੁਰੂ ਜੀ ਵੱਡਾ ਦੀਵਾਨ ਸਜਾ ਕਰਕੇ ਬੈਠਣਗੇ,
ਪਰ ਬਾਬਾ ਧੀਰਮਲ ਜੀ ਜਿਨ੍ਹਾਂ ਨੇ ਅਗਲੇ ਗੁਰੂ ਬਣਨਾ ਹੈ ਉਹ ਬੈਠੇ ਹੋਏ ਹਨ। ਇਸ ਕਰਕੇ ਆਪਣੇ ਆਪਣੇ ਤੰਬੂ ਦੇ ਵਿੱਚ ਆਪਣੇ ਆਪਣੇ ਡੇਰਿਆਂ 'ਤੇ ਜਾ ਕਰਕੇ ਸੰਗਤ ਖੂਬਸੂਰਤ ਭੇਟਾਵਾਂ ਵੀ ਲੈ ਕਰਕੇ ਆਉਂਦੀ ਹੈ। ਔਰ ਕਈਆਂ ਨੇ ਬੇਸ਼ੁਮਾਰ ਸੁੰਦਰ ਕੀਮਤੀ ਭੇਟਾਵਾਂ ਲਿਆ ਕਰਕੇ ਬਾਬਾ ਧੀਰਮਲ ਜੀ ਦੇ ਅੱਗੇ ਧਰੀਆਂ ਹਨ। ਔਰ ਜਿਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸੀਏ ਸਿੰਘ ਖੜ੍ਹਦੇ ਸਨ ਤੇ ਸਤਿਗੁਰਾਂ ਨੂੰ ਦੱਸਦੇ ਸਨ, ਪਾਤਸ਼ਾਹ ਇਹ ਸੰਗਤ ਫਲਾਣੇ ਇਲਾਕੇ ਦੇ ਵਿੱਚੋਂ ਆਈ ਹੈ, ਇਤਨੀ ਭੇਟਾ ਲੈ ਕਰਕੇ ਗੁਰੂ ਕੇ ਪਿਆਰੇ ਪਹੁੰਚੇ ਹਨ। ਉਸੇ ਤਰ੍ਹਾਂ ਧੀਰਮਲ ਨੇ ਵੀ ਆਪਣੇ ਕੋਲ ਕੁਝ ਸੇਵਾਦਾਰ ਖਿਲਾਰੇ ਹੋਏ ਹਨ, ਜਿਹੜੇ ਉਸੇ ਤਰ੍ਹਾਂ ਜਿਸ ਤਰ੍ਹਾਂ ਗੁਰੂ ਕੇ ਚਰਨਾਂ ਦੇ ਵਿੱਚ ਅਰਦਾਸਾਂ ਹੁੰਦੀਆਂ ਹਨ, ਧੀਰਮਲ ਦੇ ਕੋਲ ਵੀ ਇਸੇ ਤਰ੍ਹਾਂ ਅਰਦਾਸਾਂ ਹੋ ਰਹੀਆਂ ਹਨ। ਔਰ ਉਹ ਪੈਸੇ ਲੈ ਕਰਕੇ ਭੇਟਾ ਲੈ ਕਰਕੇ ਬਾਬਾ ਧੀਰਮਲ ਜੀ ਦੇ ਕੋਲ ਜਾ ਕੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਨ। ਔਰ ਇੱਕ ਨੂੰ ਵੇਖ ਕੇ ਇੱਕ ਵਡਿਆਈ ਸੁਣਦਾ ਹੈ ਸੇਵਾਦਾਰਾਂ ਦੇ ਕੋਲੋਂ, ਉਹ ਦੂਜੇ ਨੂੰ ਜਾ ਕੇ ਦੱਸਦਾ ਹੈ, ਦੂਜਾ ਚੌਥੇ ਨੂੰ ਜਾ ਕੇ ਦੱਸਦਾ ਹੈ। ਇਸੇ ਤਰ੍ਹਾਂ ਵੇਖੋ ਸਵੇਖੀ ਜਿਹੜੀ ਸੰਗਤ ਹੈ, ਕਈਆਂ ਨੂੰ ਇੰਜ ਲੱਗਿਆ ਕਿ ਬਾਬਾ ਧੀਰਮਲ ਨੇ ਹੀ ਗੁਰੂ ਬਣਨਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਗੁਰੂ ਬਣ ਕੇ ਜਿਹੜਾ ਹੈ ਉਹ ਸੰਗਤ ਦੇ ਵਿੱਚ ਮਾਣ ਪ੍ਰਾਪਤ ਕਰਨਾ ਹੈ। ਦੇਖੋ ਦੇਖੀ ਬਹੁਤ ਸਾਰੇ ਗੁਰੂ ਕੇ ਅਣਜਾਣ ਜਿਹੜੇ ਪਿਆਰੇ ਸਨ, ਉਹ ਆ ਕਰਕੇ ਭੇਟਾਂ ਲੈ ਕਰਕੇ ਅੱਗੇ ਰੱਖਦੇ ਹਨ। ਔਰ ਗੁਰੂ ਦਾ ਰੂਪ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਬਣਨ ਕਰਕੇ ਜਾਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਿਵਾਰ ਦੇ ਵਿੱਚੋਂ ਹੋਣ ਕਰਕੇ ਧੀਰਮਲ ਦਾ ਜਿਹੜਾ ਉਸ ਵੇਲੇ ਵੱਡਾ ਸਤਿਕਾਰ ਹੋਇਆ ਹੈ। ਦੇਖੀ ਬਹੁਤ ਸਿਖਿਆਏ। ਔਰ ਵੇਖਾ ਸੇਖੀ ਅਨੇਕਾਂ ਗੁਰੂ ਕੇ ਪਿਆਰੇ ਆਏ ਹਨ। ਕਰਿਓ ਧਰਮ ਸਮੁਦਾਇ। ਔਰ ਆਪਣਾ ਲਿਆਂਦਾ ਹੋਇਆ ਧਨ ਅੱਗੇ ਰੱਖਿਆ ਹੈ। ਔਰ ਚਾਰੇ ਪਾਸਿਆਂ ਤੋਂ ਵੱਡੇ ਨਰ ਪਰਿਵਾਰਾਂ ਸਮੇਤ ਜਿਹੜੇ ਪਹੁੰਚੇ ਸਨ। ਔਰ ਧੀਰਮਲ ਦੇ ਕੋਲ ਬਹੁਤ ਵੱਡੀ ਭੀੜ ਲੱਗੀ ਹੈ, ਕਈ ਆਉਂਦੇ ਤੇ ਕਈ ਜਾਂਦੇ ਹਨ। ਬਹੁਤ ਵੱਡੀ ਸੰਗਤ, ਵੱਡੀ ਗਿਣਤੀ ਦੇ ਵਿੱਚ ਆਮ ਜਿਹੜੇ ਭੋਲੇ ਸਿੱਖ ਦੂਰ ਤੋਂ ਘੱਟ ਆਉਣ ਵਾਲੇ ਸਨ ਪਹਿਲਾਂ ਤੇ ਪਹੁੰਚੇ ਹਨ। ਉਹ ਆ ਕਰਕੇ ਅਨੇਕਾਂ ਤਰ੍ਹਾਂ ਦੀ ਭੇਟਾਂ ਰੱਖ ਰਹੇ ਹਨ। ਔਰ ਸਵਾ ਜਾਮ ਕਹਿਣ ਤੋਂ ਭਾਵ ਸਵਾ ਪੈਰ 3-4 ਘੰਟੇ ਦਾ ਸਮਾਂ ਲੰਘਿਆ ਹੈ। ਇਹ ਜਿਹੜਾ ਧੀਰਮਲ ਪਖੰਡ ਕਰ ਰਿਹਾ ਹੈ, ਸਾਰੀ ਸੰਗਤ ਆ ਰਹੀ ਹੈ। ਜਿਹੜੇ ਤਾਂ ਜਾਣਦੇ ਸਨ ਚੰਗੀ ਤਰ੍ਹਾਂ ਉਹ ਪ੍ਰਭਾਵਿਤ ਨਹੀਂ ਹੁੰਦੇ, ਪਰ ਜਿਹੜੇ ਅਣਜਾਣ ਸਨ ਉਹ ਝੱਟ ਹੀ ਪ੍ਰਭਾਵਿਤ ਹੋ ਜਾਂਦੇ ਹਨ। ਔਰ ਆਪ ਗੁਰੂ ਬਣ ਕੇ ਬੈਠ ਗਿਆ ਹੈ ਤੇ ਵੱਡੀ ਪੂਜਾ ਕਰਵਾ ਰਿਹਾ ਹੈ। ਔਰ ਜਿਹੜੇ ਨਾਲ ਇਹਦੇ ਮਸੰਦ ਸੇਵਾਦਾਰ ਸਨ ਉਹ ਭੇਟਾਵਾਂ ਸਾਂਭ ਰਹੇ ਹਨ। ਔਰ ਸਿੱਖਾਂ ਦੇ ਵਿੱਚ ਦੂਰ ਤੱਕ ਜਿਹੜੇ ਉਸ ਵੇਲੇ ਗੁਰੂ ਕੇ ਪਿਆਰੇ ਪਹੁੰਚੇ ਹਨ, ਉਹਨਾਂ ਦੇ ਵਿੱਚ ਮਹਿਮਾ ਹੋ ਰਹੀ ਹੈ ਕਿ ਇਹ ਛੇਵੇਂ ਪਾਤਸ਼ਾਹ ਜੀ ਦੇ ਪੋਤਰੇ ਹਨ, ਜਿਨ੍ਹਾਂ ਨੇ ਗੁਰੂ ਬਣਨਾ ਹੈ। ਔਰ ਛੇਵੇਂ ਪਾਤਸ਼ਾਹ ਜੀ ਇਹਦੇ ਤੇ ਖੁਸ਼ ਹਨ ਔਰ ਇਹਨੂੰ ਸਤਿਕਾਰ ਬਖਸ਼ਣਗੇ। ਔਰ ਪਾਤਸ਼ਾਹ ਜੀ ਨੇ ਕਈ ਸੇਵਾਦਾਰ ਇਸ ਤਰ੍ਹਾਂ ਕਹਿੰਦੇ ਸਨ ਕਿ ਛੇਵੇਂ ਪਾਤਸ਼ਾਹ ਜੀ ਨੇ ਆਪ ਸੱਦਿਆ ਹੈ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੋਂ ਗੁਰੂ ਬਣਾਉਣ ਵਾਸਤੇ, ਗੁਰਿਆਈ ਦੇਣ ਵਾਸਤੇ। ਸਾਰਿਆਂ ਨੂੰ ਛੱਡ ਕੇ ਨਾ ਧੀਰਮਲ ਨੂੰ ਕੋਲ ਬੁਲਾਇਆ ਗਿਆ ਹੈ। ਇਸ ਕਰਕੇ ਪਾਤਸ਼ਾਹ ਜੀ ਦਾ ਸੁਨੇਹਾ ਪ੍ਰਾਪਤ ਕਰਕੇ ਧੀਰਮਲ ਪਹੁੰਚਿਆ ਹੈ ਤੇ ਸਤਿਗੁਰਾਂ ਨੇ ਇਸ ਕਰਕੇ ਸੱਦਿਆ ਹੈ, ਗੁਰੂ ਇਹਨਾਂ ਨੂੰ ਥਾਪਿਆ ਜਾਣਾ ਹੈ। ਕਿਉਂਕਿ ਇਹ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਵੱਡਾ ਸੁਪੁੱਤਰ ਹੈ, ਇਸ ਕਰਕੇ ਵਡਿਆਈ ਵੱਡੇ ਨੂੰ ਹੀ ਮਿਲੇਗੀ। ਔਰ ਮਸੰਦ ਤੇ ਮਸੰਦਾਂ ਦੇ ਪਿੱਛੇ ਲੱਗ ਲੱਗ ਕੇ ਕਈ ਜਿਹੜੀ ਸੰਗਤ ਹੈ ਉਹ ਵੀ ਇਸ ਤਰ੍ਹਾਂ ਕਹਿ ਰਹੀ ਹੈ। ਔਰ ਸਾਰੇ ਜਗਤ ਦੇ ਵਿੱਚੋਂ, ਸਾਰੇ ਸੇਵਾਦਾਰਾਂ ਦੇ ਵਿੱਚੋਂ, ਆਪਣੇ ਪੁੱਤਰਾਂ ਦੇ ਵਿੱਚੋਂ ਤੇ ਪੋਤਰਿਆਂ ਦੇ ਵਿੱਚੋਂ ਵੀ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ
ਧੀਰਮਲ ਨੂੰ ਹੀ ਚੁਣਿਆ ਹੈ। ਇਸ ਤਰ੍ਹਾਂ ਧੀਰਮਲ ਦੇ ਸੇਵਾਦਾਰ ਕਹਿ ਰਹੇ ਸਨ। ਨਿਜ ਪਾਸ਼ਾ ਜਾਤੇ ਗੁਰ ਠਾਨਿਓ। ਔਰ ਸਤਿਗੁਰਾਂ ਤੋਂ ਬਾਅਦ ਛੇਵੇਂ ਪਾਤਸ਼ਾਹ ਜੀ ਤੋਂ ਸੱਤਵੇਂ ਗੁਰੂ ਦੇ ਰੂਪ ਦੇ ਵਿੱਚ ਇਹਨਾਂ ਨੇ ਉਪਦੇਸ਼ ਕਰਨਾ ਹੈ। ਇਹਨਾਂ ਨੇ ਜਗਤ ਜਲੰਦੇ ਦਾ ਭਲਾ ਕਰਨਾ ਹੈ। ਸੰਗਤ ਨੇ ਇਹਨਾਂ ਅੱਗੇ ਝੁਕਣਾ ਹੈ। ਸੁਨ ਸਿੱਖ ਜੀ ਅਨਜਾਨ ਬਹਾਨੇ। ਔਰ ਜਿਹੜੇ ਸਿੱਖ ਅਣਜਾਣ ਸਨ, ਘੱਟ ਆਉਣ ਵਾਲੇ ਹਨ, ਉਹ ਬਹੁਤ ਵੱਡੇ ਪ੍ਰਭਾਵਿਤ ਹੋਏ ਹਨ। ਮੈਂ ਧਨ ਕੋ ਬੰਧਨ ਠਾਨੇ। ਔਰ ਉਹ ਅੱਗੇ ਮਾਇਆ ਵੀ ਰੱਖਦੇ ਹਨ, ਭੇਟਾ ਰੱਖਦੇ ਹਨ। ਤੇ ਫਿਰ ਗੁਰੂ ਦਾ ਜਿਸ ਤਰ੍ਹਾਂ ਮਾਣ ਕਰੀਦਾ, ਇਸੇ ਤਰ੍ਹਾਂ ਝੁਕ ਕੇ ਅੱਗੇ ਸੀਸ ਰੱਖ ਕੇ ਨਮਸਕਾਰ ਕਰਦੇ ਹਨ। ਸਵਾ ਜਾਮ ਤੇਰਾ ਮੈਂ ਪੁਨ ਗਇਓ। ਔਰ ਸਵਾ ਪੈਰ ਜਿਹੜਾ ਦਿਨ ਹੈ, ਇਸ ਤਰ੍ਹਾਂ ਜਦੋਂ ਬਤੀਤ ਹੋਇਆ ਹੈ ਖਾਨ ਪਾਨ ਸਭ ਥਾਨਤ ਭਇਓ। ਤੇ ਸੁਬਹ ਦਾ ਜਿਹੜਾ ਲੰਗਰ ਹੈ, ਸਾਰੀ ਸੰਗਤ ਨੇ ਛਕਿਆ ਹੈ। ਵਿਸਰਾਮ ਦੁਪਹਿਰਾ ਢਰਿਓ। ਔਰ ਹੁਣ ਸੰਗਤ ਨੇ ਕੁਝ ਸਮਾਂ ਅੰਮ੍ਰਿਤ ਵੇਲੇ ਤੋਂ ਬਾਅਦ ਗੁਰੂ ਕਾ ਲੰਗਰ ਛਕ ਕੇ ਕੁਝ ਸਮਾਂ ਜਦੋਂ ਦੁਪਹਿਰ ਹੋਈ ਹੈ ਤੇ ਸੰਗਤ ਵਾਪਸ ਆਪਣੇ ਟਿਕਾਣਿਆਂ ਤੇ ਪਹੁੰਚੀ ਹੈ। ਨਿਕਟ ਗੁਰੂ ਕਿਨ ਜਾਏ ਗੁਜਰਿਓ। ਤੇ ਕੁਝ ਗੁਰੂ ਕੇ ਪਿਆਰਿਆਂ ਨੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਾ ਕਰਕੇ, ਚਰਨਾਂ ਦੇ ਵਿੱਚ ਜਾ ਕਰਕੇ ਬੇਨਤੀ ਕੀਤੀ ਹੈ। ਧੀਰ ਮਲ ਮੰਜੀ ਕੇ ਲਾਏ। ਔਰ ਹੇ ਪਾਤਸ਼ਾਹ, ਹੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਓ, ਤੁਹਾਡੇ ਪੋਤਰੇ ਬਾਬਾ ਧੀਰਮਲ ਜੀ ਨੇ ਇੰਜ ਕੀਤਾ ਹੈ ਕਿ ਇੱਕ ਵੱਡਾ ਜਿਹੜਾ ਮੰਜਾ ਉਹ ਡਾਇਆ ਹੋਇਆ ਹੈ, ਪਲੰਘਾ। ਹੇ ਗਰੀਬ ਨਿਵਾਜ, ਔਰ ਰਸਤੇ ਦੇ ਵਿੱਚ ਉਹ ਬੈਠਾ ਹੈ। ਗੁਰ ਆਈ ਕੋ ਤੌਰ ਬਨਾਏ। ਜਿਸ ਤਰ੍ਹਾਂ ਗੁਰੂ ਬਣ ਗਿਆ ਹੋਵੇ, ਜਿਸ ਤਰ੍ਹਾਂ ਉਹਨੂੰ ਗੁਰੂ ਥਾਪ ਦਿੱਤਾ ਹੋਵੇ ਨਾ, ਜਿਸ ਤਰ੍ਹਾਂ ਗੁਰੂ ਦੀ ਵਡਿਆਈ ਹੁੰਦੀ ਹੈ, ਚੌਰ ਝੁਲਦਾ ਹੈ, ਛਤਰ ਝੁਲਦਾ ਹੈ, ਸੇਵਾਦਾਰ ਖੜ੍ਹਦੇ ਹਨ, ਅਰਦਾਸਾਂ ਕਰਦੇ ਹਨ, ਭੇਟਾ ਰੱਖਦੇ ਹਨ ਤੇ ਬੰਦਨਾ ਕਰਦੇ ਹਨ। ਸਾਰਾ ਕੁਝ ਉਸੇ ਤਰ੍ਹਾਂ ਧੀਰਮਲ ਕਰਵਾ ਰਿਹਾ ਹੈ। ਬੈਠ ਪਰਾਤ ਤੇ ਵਿੱਚ ਬਾਜ਼ਾਰ। ਤੇ ਬੜੀ ਸੁਬਾਹ ਤੋਂ ਬਾਜ਼ਾਰ ਦੇ ਵਿੱਚ ਜਿੱਧਰ ਦੀ ਸੰਗਤ ਨੇ ਸਾਰੀ ਨੇ ਲੰਘ ਕੇ ਆਉਣਾ ਹੈ, ਉੱਥੇ ਉਹਨੇ ਆਸਣ ਡਾਇਆ ਹੈ। ਪੁਜਵਾਇਓ ਧਨ ਚੜਿਆ ਉਦਾਰ। ਔਰ ਬਹੁਤ ਵੱਡੀ ਉਹਨੇ ਪੂਜਾ ਕਰਵਾਈ ਹੈ। ਸੰਗਤ ਨੂੰ ਕਹਿ ਕਰਕੇ ਆਪਣੇ ਸੇਵਾਦਾਰਾਂ ਨੂੰ, ਜਿਹੜੇ ਉਹਦੇ ਨਾਲ ਚੱਲਣ ਵਾਲੇ ਮਸੰਦ ਸਨ, ਉਹਨਾਂ ਨੂੰ ਕਹਿ ਕੇ ਆਪਣੀ ਪੂਜਾ ਕਰਵਾ ਰਿਹਾ ਹੈ। ਤੇ ਸਤਿਗੁਰੂ ਜੀ ਝੂਠੀਆਂ ਗੱਲਾਂ ਕਰਦਾ ਹੈ ਕਿ ਛੇਵੇਂ ਪਾਤਸ਼ਾਹ ਜੀ ਮੈਨੂੰ ਗੁਰੂ ਥਾਪਣ ਵਾਲੇ ਹਨ। ਇਸ ਕਰਕੇ ਸੰਗਤ ਵੀ ਉਹਦੇ ਪਿੱਛੇ ਲੱਗ ਰਹੀ ਹੈ। ਸਿੱਖ ਸੈਂਕੜੇ ਫਿਰ ਭੇ ਪਾਸ। ਔਰ ਸੈਂਕੜੇ ਜਿਹੜੇ ਸਿੱਖ ਹਨ ਉਹਦੇ ਕੋਲ ਖੜੇ ਹਨ ਤੇ ਸੈਂਕੜੇ ਨਮਸਕਾਰਾਂ ਕਰ ਰਹੇ ਹਨ। ਮਹਿ ਉਪਾਇਨ ਕਰ ਅਰਦਾਸ। ਔਰ ਆਪਣੇ ਹੱਥਾਂ ਦੇ ਵਿੱਚ ਭੇਟਾਵਾਂ ਲੈ ਕਰਕੇ ਅੱਗੇ ਰੱਖ ਕੇ ਤੇ ਅਰਦਾਸ ਕਰਵਾ ਰਹੇ ਹਨ। ਸਵਾ ਜਾਮ ਲਗ ਮੇਲਾ ਕਰਿਓ। ਔਰ ਹੇ ਪਾਤਸ਼ਾਹ, ਸਵਾ ਪੈਰ ਇਸ ਤਰ੍ਹਾਂ ਵੱਡਾ ਜਿਹੜਾ ਮੇਲਾ ਲੱਗਿਆ ਹੋਇਆ ਹੈ, ਬਹੁਤ ਸੰਗਤ ਆ ਰਹੀ ਹੈ, ਉਹਦੇ ਅੱਗੇ ਝੁਕ ਰਹੀ ਹੈ। ਇਹ ਗੁਰ ਹੋਏ ਸਭਨ ਮੈਂ ਕਹਿਓ। ਔਰ ਉਹਦੇ ਸੇਵਾਦਾਰ ਇਹ ਕਹਿੰਦੇ ਹਨ ਕਿ ਇਹ ਗੁਰੂ ਹੋਇਆ ਹੈ, ਇਹਨਾਂ ਨੇ ਕੁਝ ਦਿਨਾਂ ਬਾਅਦ ਗੁਰੂ ਬਣ ਜਾਣਾ ਹੈ, ਇਹਨਾਂ ਨੂੰ ਹੀ ਗੁਰੂ ਥਾਪਿਆ ਜਾਣਾ ਹੈ। ਇਸ ਕਰਕੇ ਸਾਰੀ ਸੰਗਤ ਉਹਨਾਂ ਦੇ ਕੋਲ ਜਾ ਕਰਕੇ ਅਰਦਾਸ ਕਰਵਾ ਰਹੀ ਹੈ। ਸਿਆਣੇ ਸਿੱਖ ਮਸੰਦ ਜੇ ਸਿਆਣੇ। ਪਰ ਹੇ ਪਾਤਸ਼ਾਹ, ਜਿਹੜੇ ਕੁਝ ਸਿਆਣੇ ਗੁਰੂ ਕੇ ਪਿਆਰੇ ਸਨ, ਜਿਹੜੇ ਧੀਰਮਲ ਦੀ ਇੱਕ ਇੱਕ ਗੱਲ ਤੋਂ ਵਾਕਿਫ ਹਨ, ਜਾਣਦੇ ਹਨ, ਸਮਝਦੇ ਹਨ, ਜਿਹੜੇ ਤਾਂ ਪਾਤਸ਼ਾਹ ਇਹ ਗਰੀਬ ਨਿਵਾਜ ਕੋਲ ਰਹਿਣ ਵਾਲੇ ਗੁਰੂ ਕੇ ਸਿੱਖ ਜਾਣਕਾਰ ਹਨ, ਸੋ ਰਹਿ ਗਏ ਹਾਸ ਕੋ ਠਾਨੇ। ਉਹ ਧੀਰਮਲ ਦੇ ਕੋਲ ਨਹੀਂ ਗਏ ਤੇ ਸਗੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਤੇ ਜਾਂ ਧੀਰਮਲ ਦਾ ਆਸਣ ਡਾਇਆ ਦੇਖ ਕੇ ਹੱਸ ਰਹੇ ਸਨ ਕਿ ਪਖੰਡੀ ਹੈ, ਢੋਗ ਰਚ ਰਿਹਾ ਹੈ, ਗੁੰਮਰਾਹ ਕਰ ਰਿਹਾ ਹੈ ਤੇ ਗੁਰੂ ਬਣਨ ਦਾ ਯਤਨ ਕਰ ਰਿਹਾ। ਗੁਰੂ ਇਸ ਤਰ੍ਹਾਂ ਨਹੀਂ ਬਣਿਆ ਜਾਣਾ, ਇਸ ਤਰ੍ਹਾਂ ਥੋੜ੍ਹਾ ਕੋਈ ਗੁਰੂ ਬਣਦਾ ਹੈ। ਪਰ ਇਹ ਗੱਲ ਤਾਂ ਉਹੀ ਸਿੱਖ ਜਾਣਦੇ ਸਨ ਜਿਹੜੇ ਸੁਚੇਤ ਸਨ, ਜਿਹੜੇ ਕੋਲ ਰਹਿਣ ਵਾਲੇ, ਜਿਹੜੇ ਕਈਆਂ ਸਾਲਾਂ ਤੋਂ ਬਾਅਦ ਆਏ ਸਨ, ਉਹ ਚੰਗੀ ਤਰ੍ਹਾਂ ਨਹੀਂ ਜਾਣਦੇ। ਹੁਣ ਸਿਆਣੇ ਸਿੱਖ ਹੱਸ ਰਹੇ ਸਨ, ਹੇ ਧੀਰ ਮੱਲਾ, ਕਿੰਨੇ ਵੀ ਯਤਨ ਕਰ ਲੈ ਪਰ ਇਹ ਕਿਸੇ ਕੰਮ ਨਹੀਂ ਆਉਣਗੇ। ਤੀਨੋਂ ਪੁੱਤਰ ਸੋ ਦੋ ਪੁੱਤਰੇ ਦੋਏ।
ਔਰ ਕਹਿਣ ਲੱਗੇ ਕਿ ਉਸ ਵੇਲੇ 3 ਪੁੱਤਰ ਸਨ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ। 2 ਪੁੱਤਰ ਬਾਬਾ ਗੁਰਦਿੱਤਾ ਜੀ ਅਤੇ ਬਾਬਾ ਅਟਲ ਰਾਏ ਜੀ ਚੱਲ ਵਸੇ ਹਨ 5 ਦੇ ਵਿੱਚੋਂ। ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਗੁਰੂ ਤੇਗ ਬਹਾਦਰ ਜੀ, 3 ਸੁਪੁੱਤਰ ਪਾਤਸ਼ਾਹ ਜੀ ਦੇ ਕੋਲ ਹਨ। 3 ਪੁੱਤਰ ਸੁਪੌਤਰੇ 2 ਅਤੇ 2 ਪਾਤਸ਼ਾਹ ਜੀ ਦੇ ਪੋਤਰੇ ਹਨ। ਜਿਸ ਗੁਰ ਥਾਪੈ ਸੋ ਗੁਰ ਹੋਏ। ਪਰ ਅਸਲ ਦੇ ਵਿੱਚ ਗੁਰੂ ਤਾਂ ਉਹਨੇ ਬਣਨਾ ਹੈ ਜਿਹਨੂੰ ਸਤਿਗੁਰੂ ਜੀ ਆਪ ਨਿਵਾਜਣਗੇ, ਆਪ ਥਾਪਣਗੇ, ਆਪ ਤਖਤ 'ਤੇ ਬਿਠਾਉਣਗੇ। ਇਸ ਤਰ੍ਹਾਂ ਥੋੜ੍ਹੀ ਗੁਰੂ ਬਣਿਆ ਜਾਣਾ ਹੈ। ਬਿਨ ਥਾਪੈ ਹਮ ਮਾਨੈ ਨਾਹੀ। ਔਰ ਸੁਚੇਤ ਸਿੱਖ ਜਾਣਕਾਰ ਜਿਹੜੇ ਸਨ ਉਹ ਜਾਣਦੇ ਹਨ ਅਸੀਂ ਥਾਪਣ ਤੋਂ ਬਿਨਾਂ ਕਦੇ ਕਿਸੇ ਦੇ ਅੱਗੇ ਨਹੀਂ ਝੁਕਦੇ। ਅਸੀਂ ਨਹੀਂ ਝੁਕਾਂਗੇ। ਇਹ ਤਾਂ ਆਮ ਭੋਲੇ ਸਿੱਖ ਹਨ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਨਹੀਂ ਹੈ, ਉਹ ਝੁਕ ਰਹੇ ਹਨ, ਪਰ ਅਸੀਂ ਨਹੀਂ ਝੁਕਣਾ ਹੈ। ਔਰ ਅਸੀਂ ਨਹੀਂ ਜਾਵਾਂਗੇ। ਸਾਰੇ ਸਿਆਣੇ ਗੁਰੂ ਕੇ ਪਿਆਰੇ ਇਹ ਗੱਲ ਜਾਣਦੇ ਹਨ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਇਹ ਸਾਰਾ ਕੁਝ ਸੁਣਿਆ ਹੈ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਵੀ ਹੈਰਾਨ ਹੋਏ ਹਨ। ਤੇ ਪਾਤਸ਼ਾਹ ਜੀ ਜਾਣ ਗਏ ਕਿ ਧੀਰ ਮੱਲ ਪਹਿਲਾਂ ਵੀ ਲੋਭੀ ਸੀਗਾ ਤੇ ਹੁਣ ਵੀ ਲੋਭੀ ਹੈ, ਲਾਲਚੀ ਹੈ, ਬੜੀ ਕਾਹਲੀ ਇਹਨੂੰ ਗੁਰੂ ਬਣਦੀ। ਪਰ ਕਦੇ ਉਹ ਗੁਣ ਤਾਂ ਅੰਦਰ ਪੈਦਾ ਨਹੀਂ ਹੋਏ ਜਿਨ੍ਹਾਂ ਕਰਕੇ ਗੁਰੂ ਬਣਨਾ ਸੀਗਾ। ਉਹ ਨਿਮਰਤਾ, ਉਹ ਸਹਿਜ, ਉਹ ਸੁੱਚ, ਉਹ ਸੱਚ, ਉਹ ਗੁਣ ਤਾਂ ਪੱਲੇ ਦੇ ਵਿੱਚ ਹਨ ਨਹੀਂ। ਪਰ ਧੀਰ ਮੱਲਾ ਇਸ ਤਰ੍ਹਾਂ ਗੁਰੂ ਨਹੀਂ ਬਣਿਆ ਜਾਣਾ। ਪਾਤਸ਼ਾਹ ਜੀ ਨੂੰ ਜਦੋਂ ਪਤਾ ਲੱਗਿਆ ਹੈ ਗਰੀਬ ਨਿਵਾਜ ਕਿਵੇਂ ਇਹਦਾ ਜਿਹੜਾ ਪਖੰਡ ਹੈ ਉਹ ਕੱਢਦੇ ਹਨ, ਉਹ ਧੇੜਦੇ ਹਨ, ਸੰਗਤ ਦੇ ਸਾਹਮਣੇ ਸੱਚ ਰੱਖਦੇ ਹਨ। ਇਹ ਆਪਾਂ ਅਗਲੇ ਦਿਨਾਂ ਦੇ ਵਿੱਚ ਸਾਰਾ ਜਿਹੜਾ ਇਤਿਹਾਸ ਹੈ ਉਹ ਸਰਵਣ ਕਰਾਂਗੇ, ਕਿਉਂਕਿ ਅੱਜ ਧੰਨ ਗੁਰੂ ਰਾਮਦਾਸ ਜੀ ਦਾ ਗੁਰਤਾ ਗੱਦੀ ਦਿਹਾੜਾ ਹੈ। ਇਸ ਕਰਕੇ ਕੁਝ ਕੁ ਬਚਨ ਸਹਿ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਵਿੱਚੋਂ ਸਰਵਣ ਕਰਦੇ ਹਾਂ। ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ, ਜਿਨ੍ਹਾਂ ਦਾ ਪ੍ਰਕਾਸ਼ 1534 ਈਸਵੀ ਦੇ ਵਿੱਚ ਚੂਨਾ ਮੰਡੀ ਲਾਹੌਰ ਪਿਤਾ ਅਤੀ ਸਤਿਕਾਰਯੋਗ ਬਾਬਾ ਜੀ ਬਾਬਾ ਹਰਿਦਾਸ ਜੀ, ਮਾਤਾ ਦਇਆ ਕੌਰ ਜੀ ਦੀ ਕੁੱਖੋਂ ਸੋਢੀ ਕੁਲ ਦੇ ਵਿੱਚ ਸਹਿ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ ਹੈ। ਤੇ ਬਚਪਨ ਦਾ ਨਾਮ ਭਾਈ ਜੇਠਾ ਜੀ ਹੈ। ਜੇਠਾ ਬਚਪਨ ਦਾ ਨਾਮ ਹੈ, ਪਹਿਲਾ ਨਾਮ ਹੈ। ਔਰ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਧੰਨ ਗੁਰੂ ਰਾਮਦਾਸ ਜੀ ਦਾ, ਮਾਤਾ ਜੀ ਛੋਟੀ ਜੀ ਉਮਰ ਦੇ ਵਿੱਚ ਚੜ੍ਹਾਈ ਕਰ ਗਏ ਤੇ ਛੋਟੀ ਜੀ ਉਮਰ ਦੇ ਵਿੱਚ ਪਿਤਾ ਜੀ ਵੀ ਚੜ੍ਹਾਈ ਕਰ ਗਏ, ਬਾਬਾ ਹਰਦਾਸ ਜੀ ਵੀ। ਮੈਂ ਸੰਖੇਪ ਦੇ ਵਿੱਚ ਹੀ ਬਚਨ ਸਾਂਝੇ ਕਰਾਂ। ਤਾਏ ਚਾਚੇ ਭਾਈਚਾਰਾ ਜਿਹੜਾ ਸੀਗਾ, ਜਦੋਂ ਉਸ ਵੇਲੇ ਦੇ ਹਿਸਾਬ ਦੇ ਨਾਲ ਜਿਵੇਂ ਅੰਤਮ ਕਿਰਿਆ ਕੀਤੀ ਜਾਂਦੀ ਸੀ, ਸਾਰੇ ਪਰਿਵਾਰ ਰਿਸ਼ਤੇਦਾਰ ਇਕੱਠੇ ਹੋਏ, ਗੱਲ ਹੋਈ ਕਿ ਇਹ ਬੱਚਾ ਹੁਣ ਲਿਵਾਰਸ ਹੋ ਚੁੱਕਾ ਹੈ, ਅਨਾਥ ਹੋ ਚੁੱਕਾ ਹੈ, ਮਾਤਾ ਪਿਤਾ ਚੱਲ ਵਸੇ ਹਨ ਤੇ ਸੰਭਾਲ ਕੌਣ ਕਰੇਗਾ, ਕੌਣ ਪਾਲਣਾ ਪੋਸ਼ਣਾ ਕਰੇਗਾ। ਤੇ ਸਾਰੇ ਪਰਿਵਾਰ ਨੇ ਜਵਾਬ ਦੇ ਦਿੱਤਾ, ਕੋਈ ਅੱਗੇ ਨਹੀਂ ਆਇਆ ਕਿ ਭਾਈ ਜੇਠਾ ਜੀ ਦੀ ਸੰਭਾਲ ਅਸੀਂ ਕਰਾਂਗੇ। ਆਖਰਕਾਰ ਨਾਨੀ ਜੀ ਜਿਹੜੇ ਇਸੇ ਆਪਣੇ ਨੇੜੇ ਬਾਸਰ ਕੇ ਨਗਰ ਦੇ ਸਨ, ਨਾਨੀ ਜੀ ਆਪਣੇ ਦੋਤੇ ਭਾਈ ਜੇਠਾ ਜੀ ਨੂੰ ਆਪਣੇ ਕੋਲ ਲੈ ਕਰਕੇ ਆਏ। ਇੱਥੇ ਵੀ ਘਰ ਦੇ ਵਿੱਚ ਕੋਈ ਮਰਦ ਨਹੀਂ ਹੈ, ਕਮਾਉਣ ਵਾਲਾ ਕੋਈ ਨਹੀਂ ਹੈ, ਨਾਨੀ ਜੀ ਵੀ ਘਰ ਦੇ ਵਿੱਚ ਇਕੱਲੇ ਹਨ। ਫਿਰ ਦੋਨਾਂ ਨੇ ਸਲਾਹ ਕੀਤੀ ਕਿ ਹੇ ਪੁੱਤਰਾ, ਦਿਨ ਤਾਂ ਲੰਘਾਉਣਾ ਹੈ, ਖਾਣਾ ਵੀ ਚਾਹੀਦਾ ਹੈ, ਪੇਟ ਭਰਨ ਵਾਸਤੇ ਚੱਲ ਮੈਂ ਘੁੰਗਣੀਆਂ ਬਣਾ ਕੇ ਦੇਵਾਂਗੀ, ਤੂੰ ਵੇਚ ਆਇਆ ਕਰ। ਛੋਟੀ ਜੀ ਉਮਰ ਦੇ ਵਿੱਚ ਭਾਈ ਜੇਠਾ ਜੀ ਘੁੰਗਣੀਆਂ ਬਣਾ ਬਣਾ ਕੇ ਤੇ ਵੇਚਿਆ ਕਰਦੇ ਸਨ ਇਸੇ ਇਲਾਕੇ ਦੇ ਵਿੱਚ। ਖਿਆਲ ਕਰਨਾ, ਆਪਾਂ ਕਈ ਵਾਰੀ ਵਿਚਰਦੇ ਹਾਂ ਨਾ, ਤੇ ਤੁਸੀਂ ਇਹ ਗੱਲ ਮਹਿਸੂਸ ਕਰਿਆ ਕਰੋ। ਆ ਜਿਹੜੇ ਨਗਰਾਂ ਦੇ ਵਿੱਚ ਲਾਗੇ ਲਾਗੇ ਰਹਿਣ ਵਾਲੇ ਆਪਾਂ ਹਾਂ,
ਇਹਨਾਂ ਨਗਰਾਂ ਦੇ ਵਿੱਚ ਕਦੇ ਛੋਟੀ ਉਮਰ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ, ਕਿਉਂਕਿ ਉਦੋਂ ਅੰਮ੍ਰਿਤਸਰ ਸਾਹਿਬ ਅਜੇ ਵਸਿਆ ਨਹੀਂ ਹੈ, ਔਰ ਇਹਨਾਂ ਇਲਾਕਿਆਂ ਦੇ ਵਿੱਚ ਪਾਤਸ਼ਾਹ ਜੀ ਘੁੰਮ ਕੇ ਘੁੰਗਣੀਆਂ ਵੇਚਿਆ ਕਰਦੇ ਸਨ। ਛੋਟੀ ਉਮਰ ਦੇ ਵਿੱਚ ਗੁਣ ਇਸ ਤਰ੍ਹਾਂ ਦੇ ਹਨ, ਕਈ ਵਾਰੀ ਜੇ ਕਿਤੇ ਲੋੜਵੰਦ ਕਿਸੇ ਨੇ ਮਿਲ ਜਾਣਾ ਨਾ, ਲੋੜਵੰਦ ਕਿਸੇ ਭੁੱਖੇ ਨੇ, ਕਿਸੇ ਸਾਧੂ ਨੇ, ਕਿਸੇ ਭੁੱਖੇ ਨੇ, ਸਾਰੀਆਂ ਘੁੰਗਣੀਆਂ ਬਿਨਾਂ ਪੈਸੇ ਤੋਂ ਦੇ ਆਉਣੀਆਂ, ਉਹਨੂੰ ਰਜਾ ਦੇਣਾ, ਨਾ ਪੈਸੇ ਲੈ ਕਰਕੇ ਘਰ ਦੇ ਵਿੱਚ ਪਹੁੰਚਣਾ, ਤੇ ਆਪ ਕਈ ਵਾਰ ਨਾਨੀ ਨੇ ਤੇ ਦੋਤੇ ਨੇ ਭੁੱਖਿਆਂ ਸੌਣਾ, ਰਾਤ ਭਰ ਪਾਣੀ ਪੀ ਪੀ ਕੇ ਗੁਜ਼ਾਰਾ ਕਰਨਾ। ਜੇ ਭੁੱਖ ਲੱਗਣੀ, ਨਾਨੀ ਜੀ ਨੂੰ ਆਖਣਾ ਬਾਬਾ ਜੇਠਾ ਜੀ ਨੇ, ਨਾਨੀ ਭੁੱਖ ਲੱਗੀ ਹੈ, ਤੇ ਨਾਨੀ ਜੀ ਨੇ ਕਹਿਣਾ ਕਿ ਗਲਾਸ ਭਰ ਕੇ ਪਾਣੀ ਦਾ ਦੇਣਾ, ਪੁੱਤਰਾ ਦਿਨ ਚੜ੍ਹੇਗਾ, ਕੋਈ ਨਾ ਕੋਈ ਪ੍ਰਬੰਧ ਕਰ ਲਵਾਂਗੇ, ਹੋ ਜਾਏਗਾ, ਚੱਲ ਪਾਣੀ ਪੀ ਤੇ ਪੇਟ ਭਰ। ਰਾਤ ਭਰ ਕਈ ਵਾਰੀ ਪਾਣੀ ਪੀ ਪੀ ਕੇ ਇਤਿਹਾਸਕਾਰਾਂ ਨੇ ਲਿਖਿਆ ਕਿ ਇਹਨਾਂ ਨੇ ਬਤੀਤ ਕਰ। ਬਾਬਾ ਜੇਠਾ ਜੀ ਨੇ, ਧੰਨ ਗੁਰੂ ਅਮਰਦਾਸ ਜੀ ਇਸੇ ਨਗਰ ਦੇ ਹਨ ਬਾਸਰ ਕੇ, ਔਰ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜ ਗਏ, ਤੇ ਗੋਇੰਦਵਾਲ ਨਗਰ ਵਸਾਇਆ ਨਵਾਂ ਨਵਾਂ। ਉੱਥੇ ਆਬਾਦੀ ਦੀ ਲੋੜ ਹੈ, ਤੇ ਬਹੁਤ ਸਾਰੀ ਸੰਗਤ ਆਪਣੇ ਪਿੰਡ ਤੋਂ ਖੜ ਕੇ ਵੀ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਨੇ ਉੱਥੇ ਵਸਾਈ ਹੈ, ਨਵਾਂ ਨਗਰ ਵਸਾਇਆ ਹੈ। ਤੇ ਫਿਰ ਸਹਿ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਵਿੱਚ ਭਾਈ ਜੇਠਾ ਜੀ ਵੀ ਉੱਥੇ ਚਲੇ ਗਏ। ਨਾਲੇ ਤਾਂ ਸੇਵਾ ਕਰਦੇ ਹਨ, ਹੋਰ ਵੀ ਸੰਗਤ ਸੇਵਾ ਕਰਨ ਵਾਸਤੇ ਜਾਂਦੀ ਹੈ, ਔਰ ਨਾਲ ਨਾਲ ਘੁੰਗਣੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ। ਸਮਾਂ ਅੱਗੇ ਗਿਆ, ਭਾਈ ਜੇਠਾ ਜੀ ਜਵਾਨ ਹੋ ਗਏ, ਸਹਿ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਨਾਲ ਬੜਾ ਪਿਆਰ ਬਣ ਗਿਆ। ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਹੈ, ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ। ਸਾਰੀ ਸੰਗਤ ਮੜਾਸੇ ਕਰਕੇ, ਟੋਕਰੀਆਂ ਢੋ ਢੋ ਕੇ ਡੂੰਘੇ ਥਾਂ ਤੋਂ ਮਿੱਟੀ ਕੱਢ ਰਹੀ ਹੈ, ਭਾਈ ਜੇਠਾ ਜੀ ਵੀ ਨਾਲ ਲੱਗੇ ਹੋਏ ਹਨ। ਇੱਕ ਦਿਨ ਸਹਿ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੇ ਸੁਪਤਨੀ ਮਾਤਾ ਜੀ ਆਖਣ ਲੱਗੇ, ਹੇ ਪਤੀ ਪਰਮੇਸ਼ਰ ਜੀ, ਹੇ ਪਾਤਸ਼ਾਹ ਜੀ, ਆਪਣੀ ਸੁਪੁੱਤਰੀ ਬੀਬੀ ਭਾਨੀ ਜੀ ਜਵਾਨ ਹੋ ਗਏ ਹਨ, ਵਿਆਹ ਕਰ ਦੇਣਾ ਚਾਹੀਦਾ ਹੈ। ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਵਚਨ ਕੀਤਾ, ਕਿਸ ਤਰ੍ਹਾਂ ਦਾ ਜਿਹੜਾ ਬੱਚਾ ਹੋਣਾ ਚਾਹੀਦਾ ਹੈ। ਤੇ ਉਸ ਵੇਲੇ ਫਿਰ ਮਾਤਾ ਜੀ ਨੇ ਸਾਹਮਣੇ ਸੰਗਤ ਜਾ ਰਹੀ ਹੈ, ਲੰਘ ਰਹੀ ਹੈ, ਤੇ ਬਾਬਾ ਜੇਠਾ ਜੀ ਆਏ, ਤੇ ਜਾਣਦੇ ਸਨ ਬਾਬਾ ਜੇਠਾ ਜੀ ਦੇ ਅੰਦਰ ਕਿੰਨੀ ਵੱਡੀ ਨਿਮਰਤਾ ਹੈ, ਪਿਆਰ ਹੈ, ਬੋਲੀ ਦੇ ਵਿੱਚ ਮਿਠਾਸ ਹੈ, ਇਮਾਨਦਾਰੀ ਹੈ, ਸੱਚਾਈ ਹੈ, ਬੰਦਗੀ ਹੈ, ਸਿਮਰਨ ਹੈ, ਸੇਵਾ ਹੈ। ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਵੀ ਪ੍ਰਭਾਵਿਤ ਸਨ, ਦੇਖਦੇ ਸਨ ਇੱਕ ਇੱਕ ਸੰਗਤ ਨੂੰ। ਤੇ ਸਹਿ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਜਦੋਂ ਭਾਈ ਜੇਠਾ ਜੀ ਸਾਹਮਣੇ ਉਹਦੀ ਗੁਜ਼ਰੇ ਨਾ, ਮਾਤਾ ਜੀ ਨੇ ਆਖਿਆ ਕਿ ਉਹ ਜਵਾਨ ਜਿਹੜਾ ਜਾ ਰਿਹਾ ਹੈ ਨਾ, ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਸਹਿ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਇਸ ਤਰ੍ਹਾਂ ਦਾ ਸਪੁੱਤਰ ਤਾਂ ਇਹੀ ਹੈ, ਦੂਸਰਾ ਨਹੀਂ ਹੈ। ਜਿੰਨੇ ਗੁਣ ਇਹਨਾਂ ਦੇ ਵਿੱਚ ਹਨ ਨਾ, ਜੈਸੀ ਭਾਵਨਾ ਇਹਨਾਂ ਦੇ ਅੰਦਰ ਹੈ, ਹੋਰ ਸੰਸਾਰ ਦੇ ਵਿੱਚ ਦੂਸਰਾ ਕੋਈ ਹੈ ਹੀ ਨਹੀਂ। ਵੈਸੇ ਗੁਰਬਾਣੀ ਦਾ ਵੀ ਇੱਕ ਬਚਨ ਹੈ, ਕੁਦਰਤ ਨੇ ਸਭ ਖੇਲ ਰਚਾਇਆ, ਕੋਏ ਨਾ ਕਿਸੇ ਹੀ ਜਿਹਾ ਉਪਾਇਆ। ਇੱਕ ਵਾਰੀ ਜਿਹੜਾ ਜੀਵ ਪੈਦਾ ਹੋ ਗਿਆ ਨਾ ਦੁਨੀਆ ਦੇ ਵਿੱਚ, ਦੁਬਾਰਾ ਉਸ ਵਰਗਾ ਕੋਈ ਨਹੀਂ ਪੈਦਾ ਹੋਇਆ, ਨਾ ਸਰੀਰ ਕਰਕੇ ਨਾ ਸੋਚ ਕਰਕੇ। ਹੁਣ ਸਹਿ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਕੋਲ ਸੱਦਿਆ, ਔਰ ਕੁਝ ਦਿਨਾਂ ਬਾਅਦ ਸਤਿਗੁਰਾਂ ਨੇ ਫਿਰ ਕੁਝ ਸਮੇਂ ਬਾਅਦ ਆਪਣੀ ਸਪੁੱਤਰੀ ਦਾ ਵਿਆਹ ਭਾਈ ਜੇਠਾ ਜੀ ਦੇ ਨਾਲ ਕਰ ਦਿੱਤਾ। ਉਸ ਤੋਂ ਬਾਅਦ ਜਦੋਂ ਗੁਣ ਦੇਖੇ, ਜੀਵਨ ਦੇਖਿਆ, ਅਜੇ ਵੀ ਮਨ ਦੇ ਵਿੱਚ ਓਨੀ ਨਿਮਰਤਾ ਹੈ, ਭਾਵੇਂ ਗੁਰੂ ਘਰ ਦੇ ਨਾਲ ਰਿਸ਼ਤੇਦਾਰੀ ਬਣ ਗਈ ਹੈ, ਪਰ ਜੀਵਨ ਦੇ ਵਿੱਚ ਕੋਈ ਫਰਕ ਨਹੀਂ ਪਿਆ। ਰਹਿਣ ਸਹਿਣ ਦੇ ਵਿੱਚ ਨਿਮਰਤਾ ਅਜੇ ਵੀ ਉਤਨੀ ਹੈ। ਕਦੇ ਇਹ ਨਹੀਂ ਸਮਝਿਆ ਕਿ ਮੈਂ ਤਾਂ ਗੁਰੂ ਘਰ ਦਾ ਜਵਾਈ ਭਾਈ ਹਾਂ, ਮੈਂ ਇਸ ਤਰ੍ਹਾਂ ਕਿਉਂ ਕਰਾਂ। ਅਜੇ ਵੀ ਉਸੇ ਤਰ੍ਹਾਂ ਹੀ ਸੇਵਾ ਕਰ ਰਹੇ ਹਨ। ਇੱਕ ਵਾਰੀ ਪਿੰਡ ਦੇ ਉਹ ਲੋਕ ਵੀ ਚੱਲ ਕੇ ਆਏ ਜਿਹੜੇ ਕਦੇ ਭਾਈ ਜੇਠਾ ਜੀ ਨੂੰ ਸੰਭਾਲਣ ਵਾਸਤੇ ਤਿਆਰ ਨਹੀਂ ਸੀ ਹੋਏ। ਉਹ ਆਏ ਕਿ ਸਾਡੇ ਪਿੰਡ ਦਾ ਬੱਚਾ
ਗੁਰੂ ਘਰ ਦਾ ਜਵਾਈ ਭਾਈ ਬਣਿਆ ਹੈ, ਸਤਿਗੁਰਾਂ ਦੀ ਸਪੁੱਤਰੀ ਨਾਲ ਵਿਆਹਿਆ ਹੋਇਆ। ਚਲੋ ਯਾਤਰਾ ਕਰਨ ਜਾ ਰਹੇ ਆ, ਰਸਤੇ ਦੇ ਵਿੱਚ ਗੋਇੰਦਵਾਲ ਸਾਹਿਬ ਉੱਥੇ ਰੁਕਾਂਗੇ ਤੇ ਨਾਲੇ ਕੁਰਮਾਚਾਰੀ ਹੈ, ਸਾਡੀ ਚੰਗਾ ਮਾਣ ਸਨਮਾਨ ਹੋਏਗਾ, ਨਾਲੇ ਭਾਈ ਜੇਠਾ ਜੀ ਨੂੰ ਮਿਲਾਵਾਂਗੇ। ਹੁਣ ਗਏ, ਜਾ ਕੇ ਕੀ ਦੇਖਿਆ ਹੈ, ਭਾਈ ਜੇਠਾ ਜੀ ਉਸੇ ਤਰ੍ਹਾਂ ਸਧਾਰਨ ਜੇ ਕੱਪੜੇ ਪਾਏ ਹੋਏ ਹਨ, ਮੜਾਸਾ ਕੀਤਾ ਹੋਇਆ ਹੈ ਤੇ ਸੇਵਾ ਦੇ ਵਿੱਚ ਲੱਗੇ ਹੋਏ ਹਨ। ਇਹਨਾਂ ਨੇ ਆਖਿਆ, ਕਹਿਣ ਲੱਗੇ, ਹੇ ਜੇਠਿਆ, ਤੂੰ ਤਾਂ ਸਾਡੇ ਪਰਿਵਾਰ ਦੀ ਇੱਜ਼ਤ ਖਰਾਬ ਕਰ ਦਿੱਤੀ ਹੈ। ਦੇਖ, ਸਹੁਰੇ ਪਰਿਵਾਰ ਦੇ ਵਿੱਚ ਰਹਿ ਰਿਹਾ ਹੈ ਤੇ ਦੇਖ ਤੇਰਾ ਪਾਤਸ਼ਾਹ ਜੀ ਵੀ ਭੋਰਾ ਸਨਮਾਨ ਨਹੀਂ ਕਰ ਰਿਹਾ। ਜਵਾਈਆਂ ਭਾਈਆਂ ਨੂੰ ਇਸ ਤਰ੍ਹਾਂ ਥੋੜ੍ਹਾ ਰੱਖੀਦਾ ਹੈ, ਤੂੰ ਤਾਂ ਇੱਕ ਦਿਹਾੜੀਦਾਰਾਂ ਦੀ ਤਰ੍ਹਾਂ ਲੱਗਿਆ ਹੋਇਆ ਹੈ। ਸਹਿ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਤੱਕ ਵੀ ਗੱਲ ਪਹੁੰਚੀ ਕਿ ਭਾਈ ਜੇਠਾ ਜੀ ਦੇ ਪਿੰਡ ਵਾਲਿਆਂ ਨੇ ਇਸ ਤਰ੍ਹਾਂ ਦੇ ਇਤਰਾਜ਼ਯੋਗ ਸ਼ਬਦ ਕਹੇ ਹਨ। ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਉਹ ਜਾਣਦੇ ਨਹੀਂ, ਇਹ ਜਿਹੜੀ ਸੇਵਾ ਹੈ, ਇਸ ਸੇਵਾ ਨੇ ਕਿੱਥੋਂ ਤੱਕ ਜੇਠੇ ਨੂੰ ਲੈ ਜਾਣਾ ਹੈ, ਉਹ ਭੋਲੇ, ਉਹਨਾਂ ਨੂੰ ਪਤਾ ਨਹੀਂ ਸੇਵਾ ਕਿੱਡੀ ਵੱਡੀ ਚੀਜ਼ ਹੈ, ਸੇਵਾ ਕੀਤਿਆਂ ਕੀ ਕੁਛ ਪ੍ਰਾਪਤ ਹੁੰਦਾ ਹੈ, ਇਹ ਦੁਨੀਆ ਅਣਜਾਣ ਹੈ। ਸੇਵਾ ਜਿਹੜੀ ਹੈ ਨਾ, ਇਹ ਜੇਠੇ ਨੂੰ ਪਾਤਸ਼ਾਹ ਬਣਾ ਦੇਗੀ, ਬਾਦਸ਼ਾਹ ਬਣਾ ਦੇਗੀ। ਹੁਣ ਸਮਾਂ ਆਇਆ ਤੇ ਬਾਬਾ ਸੁੰਦਰ ਜੀ ਨੇ ਬਚਨ ਲਿਖੇ ਹਨ ਗੁਰਬਾਣੀ ਦੇ ਵਿੱਚ। ਕਹਿਣ ਲੱਗੇ, ਇੱਕ ਵਾਰੀ ਫਿਰ ਸਹਿ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ, ਅਖੀਰ ਵਾਲਾ ਸਮਾਂ ਹੈ ਤੇ ਸਾਰੀ ਸੰਗਤ ਨੂੰ ਪਾਤਸ਼ਾਹ ਜੀ ਨੇ ਇਕੱਠਿਆਂ ਕਰ ਲਿਆ। ਆਪਣੇ ਪੁੱਤਰਾਂ ਨੂੰ, ਦੋਵਾਂ ਪੁੱਤਰਾਂ ਨੂੰ, ਦੋਨਾਂ ਜਵਾਈਆਂ ਨੂੰ, ਸਾਰੀ ਸੰਗਤ ਨੂੰ, ਸਾਰੇ ਪਿਆਰਿਆਂ ਨੂੰ, ਬਾਬਾ ਬੁੱਢਾ ਸਾਹਿਬ ਜੀ ਦੇ ਵਰਗੇ ਸੇਵਕ ਸੰਗਤ ਵਿੱਚ ਬੈਠੇ ਹੋਏ ਹਨ। ਪਾਤਸ਼ਾਹ ਜੀ ਨੇ ਬਚਨ ਕੀਤਾ, ਸੀ ਸਰੀਰ ਛੱਡਣ ਲੱਗੇ ਹਾਂ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜੇ ਪੁਰਾਣ ਜੀਓ। ਪਾਤਸ਼ਾਹ ਜੀ ਨੇ ਬਚਨ ਕੀਤੇ, ਸਤਿਗੁਰ ਪ੍ਰਤੱਖ ਹੁੰਦੇ ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਸਤਿਗੁਰੂ ਜੀ ਮੌਜੂਦ ਹੈ ਤੇ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ, ਇਸ ਭਾਈ ਜੇਠਾ ਜੀ ਨੂੰ ਅਸੀਂ ਅਗਲੇ ਗੁਰੂ ਥਾਪਣ ਲੱਗੇ ਹਾਂ। ਤੇ ਸਾਰੇ ਝੁਕ ਕੇ ਭਾਈ ਜੇਠਾ ਜੀ ਨੂੰ ਨਮਸਕਾਰ ਕਰੋ। ਅੱਗੇ ਅਗਾਂਹ ਤੁਹਾਡੇ ਗੁਰੂ ਇਹ ਭਾਈ ਜੇਠਾ ਜੀ, ਜਿਨ੍ਹਾਂ ਨੂੰ ਸਹਿ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ ਨੇ ਬਣਾਇਆ। ਸਤਿਗੁਰ ਪੁਰਖ ਜੇ ਬੋਲਿਆ, ਗੁਰ ਸਿੱਖਾਂ ਮੰਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਬਾਬਾ ਮੋਹਰੀ ਜੀ ਜਿਹੜੇ ਛੋਟੇ ਸਪੁੱਤਰ ਸਨ ਗੁਰੂ ਅਮਰਦਾਸ ਜੀ ਦੇ, ਉਹ ਤਾਂ ਸਤ ਬਚਨ ਕਰਕੇ ਝੁਕ ਗਏ, ਪਰ ਵੱਡੇ ਜਿਹੜੇ ਬਾਬਾ ਮੋਹਨ ਜੀ ਸਨ ਨਾ, ਉਹ ਵੀ ਧੀਰ ਮੱਲ ਵਾਂਗੂ ਦਾਅਵਾ ਕਰਦੇ ਸਨ ਕਿ ਮੈਂ ਵੱਡਾ ਹਾਂ, ਮੈਂ ਗੁਰੂ ਬਣਾਂਗਾ। ਮਨ ਦੇ ਵਿੱਚ ਗੁੱਸਾ ਸੀਗਾ, ਇਸ ਕਰਕੇ ਉਸ ਵੇਲੇ ਬਾਬਾ ਮੋਹਨ ਜੀ ਨਹੀਂ ਝੁਕੇ, ਜਿਸ ਤਰ੍ਹਾਂ ਬਾਬਾ ਸੁੰਦਰ ਜੀ ਨੇ ਲਿਖਿਆ ਹੋਇਆ ਹੈ। ਤੇ ਇਹ ਲਿਖਿਆ ਹੈ ਕਿ ਬਾਬਾ ਮੋਹਰੀ ਜੀ ਝੁਕ ਗਏ ਔਰ ਬਾਬਾ ਮੋਹਰੀ ਜੀ ਅੱਗੇ ਝੁਕੇ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਧਾਰਨ ਕਉ, ਅਬ ਗੁਰ ਰਾਮਦਾਸ ਕਉ ਮਿਲੀ ਵਡਾਈ। ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਨੂੰ ਅੱਜ ਵਾਲੇ ਦਿਨ 1574 ਈਸਵੀ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਅੱਜ ਵਾਲੇ ਦਿਨ ਅਕਥ ਕਥਾ ਅਮਰਾਪੁਰੀ ਜਿਸ ਦੇਹ ਸੁਭਾਵੈ, ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੈ। ਅਸਲ ਦੇ ਵਿੱਚ ਤੁਹਾਨੂੰ ਹੀ ਬਣ ਆਉਂਦਾ ਸੀਗਾ, ਕਿਉਂਕਿ ਜਿਸ ਤਰ੍ਹਾਂ ਦੇ ਗੁਣ ਹੈ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਵਿੱਚ ਸਨ ਨਾ, ਆਪ ਭੁੱਖੇ ਸੌ ਜਾਣਾ ਤੇ ਦੂਜਿਆਂ ਦੀ ਭੁੱਖ ਜਰਦੇ ਨਹੀਂ ਸਨ। ਇਹੋ ਜਿਹਾ ਦਿਆਲੂ ਕਿਰਪਾਲੂ ਜਿਹਦਾ ਸੁਭਾਅ ਹੋਵੇ, ਵੱਡੇ ਸਤਿਕਾਰ ਤੱਕ ਉਹੀ ਪਹੁੰਚਦਾ ਹੈ, ਇਸ ਰਾਜ ਨੂੰ ਉਹੀ ਪ੍ਰਾਪਤ ਕਰ ਸਕਦਾ ਹੈ। ਅੱਤ ਦੀ ਨਿਮਰਤਾ, ਵੱਡੀ ਸੇਵਾ ਘਾਲਣਾ ਤੋਂ ਖੁਸ਼ ਹੋ ਕਰਕੇ ਧੰਨ ਗੁਰੂ ਅਮਰਦਾਸ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ, ਆਪਣੇ ਵੱਡੇ ਜਵਾਈ ਨੂੰ ਛੱਡ ਕੇ, ਛੋਟੇ ਜਵਾਈ ਸਹਿ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਨੂੰ ਚੁਣਿਆ ਹੈ ਔਰ ਗੁਰਤਾ ਗੱਦੀ ਤੇ ਬਿਠਾਇਆ ਹੈ। ਦਿਚੈ ਪੂਰਬ ਦੇਵਨਾ, ਜਿਸ ਦੀ ਵਸਤ ਤਿਸੇ ਘਰ ਆਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੈ। ਧੰਨ ਧੰਨ ਰਾਮਦਾਸ ਗੁਰ, ਜਿਨੇ ਸਿਰਿਆ ਤਿਨੇ ਸਵਾਰਿਆ,
ਪੂਰੀ ਹੋਈ ਕਰਾਮਾਤ ਆਪਸੇ। ਸਹਿਬ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਅੱਜ ਵਾਲੇ ਦਿਨ ਗੁਰਤਾ ਗੱਦੀ ਦੇ ਉੱਪਰ ਵਿਰਾਜਮਾਨ ਹੋਏ, ਸਭਾਏਮਾਨ ਹੋਏ। ਪਾਤਸ਼ਾਹ ਜੀ ਨੇ ਅਗਲੇ ਗੁਰੂ ਥਾਪ ਦਿੱਤਾ। ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਨਗਰ ਧੰਨ ਗੁਰੂ ਰਾਮਦਾਸ ਜੀ ਨੇ ਵਸਾਇਆ ਅਤੇ 52 ਕਿੱਤਿਆਂ ਦੇ ਲੋਕ ਸੱਦ ਕੇ ਉਹਨਾਂ ਨੂੰ ਆਪ ਬਾਜ਼ਾਰ ਤਿਆਰ ਕਰਕੇ, ਦੁਕਾਨਾਂ ਤਿਆਰ ਕਰਕੇ, ਵੱਖਰੇ ਵੱਖਰੇ ਕਾਰੋਬਾਰ ਸ਼ੁਰੂ ਕਰਕੇ ਦਿੱਤੇ ਧੰਨ ਗੁਰੂ ਰਾਮਦਾਸ ਜੀ ਨੇ। ਔਰ ਇਹ ਪਾਵਨ ਅਸਥਾਨ ਅੰਮ੍ਰਿਤਸਰ ਦਾ ਸਿੱਖਾਂ ਦਾ ਕੇਂਦਰੀ ਅਸਥਾਨ, ਸਿੱਖ ਧਰਮ ਦਾ ਮੁੱਖ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਡਿਠੈ ਸਭੈ ਥਾਵ ਨਹੀਂ ਤੁਧ ਜਿਹਾ ਐਸਾ ਅਸਥਾਨ ਕਾਇਮ ਕੀਤਾ ਅਤੇ 24 ਘੰਟੇ ਲੰਗਰ। ਕਦੇ ਪਾਤਸ਼ਾਹ ਜੀ ਆਪਣੇ ਜੀਵਨ 'ਤੇ ਝਾਤ ਮਾਰਦੇ ਹਨ ਕਿ ਉਹ ਸਮਾਂ ਸੀਗਾ ਕਦੇ ਸਾਨੂੰ ਪ੍ਰਸ਼ਾਦਾ ਨਹੀਂ ਸੀ ਮਿਲਦਾ ਅਤੇ ਭੁੱਖਿਆਂ ਰਾਤ ਸੌਂਦੇ ਸੀਗੇ, ਪਰ ਸਤਿਗੁਰੂ ਜੀ ਜਦੋਂ ਗੁਰੂ ਬਣੇ ਨਾ, ਅੱਜ ਤੋਂ ਅੰਮ੍ਰਿਤਸਰ ਸਾਹਿਬ ਜੀ 'ਤੇ ਕੋਈ ਭੁੱਖਾ ਨਹੀਂ ਸੌਂਏਗਾ। ਦਿਨ ਰਾਤ ਗੁਰੂ ਕੇ ਲੰਗਰ ਅਟੁੱਟ ਵਰਤਣਗੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ। ਅਤੇ ਫਿਰ ਕਦੇ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਸ਼ਹਿਰ ਵਸਾਇਆ ਗਿਆ, ਅਨੇਕਾਂ ਕਿੱਤਿਆਂ ਦੇ ਲੋਕ ਵਸਾਏ। ਉਹਨਾਂ ਨੂੰ ਜਿਹੜਾ ਕੋਈ ਬੇਸਹਾਰਾ ਆਉਂਦਾ ਹੈ, ਪਾਤਸ਼ਾਹ ਜੀ ਉਹਨੂੰ ਕਾਰੋਬਾਰ ਚਲਾ ਕੇ ਦਿੰਦੇ ਹਨ। ਮੈਂ ਅੰਮ੍ਰਿਤ ਵੇਲੇ ਵੀ ਬੇਨਤੀ ਕਰ ਰਿਹਾ ਸੀਗਾ, ਇਹ ਸਿੱਖੋ, ਜਿਹਦੇ ਕੋਲ ਕੋਈ ਸਮਰੱਥਾ ਹੈ ਨਾ, ਜਿਹੜਾ ਕੁਛ ਕਰ ਸਕਦਾ ਹੈ, ਧਨ ਜਿਹਦੇ ਕੋਲ ਹੈ ਜਾਂ ਕੋਈ ਅਹੁਦਾ ਜਿਹਦੇ ਕੋਲ ਹੈ, ਜਿਹਦੇ ਕੋਲ ਕੋਈ ਸ਼ਕਤੀ ਹੈ, ਉਹ ਬੇਸਹਾਰਿਆਂ ਦਾ ਸਹਾਰਾ ਬਣਿਆ ਕਰੋ। ਕਿਸੇ ਨੂੰ ਕਾਰੋਬਾਰ ਖੋਲ੍ਹ ਕੇ ਦਿਓ। ਦਾਨ ਇੱਕ ਦਿਨ ਕਰ ਦਿਓ, 2-4 ਮਿੰਟ ਅਸੀਸਾਂ ਪ੍ਰਾਪਤ ਹੁੰਦੀਆਂ ਹਨ, ਪਰ ਜੇ ਕਿਸੇ ਨੂੰ ਕੋਈ ਕੰਮ ਕਰ ਖੋਲ੍ਹ ਕੇ ਦਿਓਗੇ ਤਾਂ ਪੀੜ੍ਹੀ ਦਰ ਪੀੜ੍ਹੀ ਅਸੀਸਾਂ ਪ੍ਰਾਪਤ ਹੋਣਗੀਆਂ। ਸਹਿਬ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਨੇ ਸਿੱਖਾਂ ਨੂੰ ਕਾਰੋਬਾਰ ਚਲਾ ਕਰਕੇ ਦਿੱਤੇ। ਔਰ ਗੁਰੂ ਕੇ ਚਰਨਾਂ ਦੇ ਵਿੱਚ ਫਿਰ ਰਾਜ ਭਾਗ ਆਏ, ਪ੍ਰਸੰਨਤਾ ਆਈ, ਸੰਗਤ ਝੁਕ ਰਹੀ ਹੈ। ਅਤੇ ਸਤਿਗੁਰਾਂ ਨੇ ਇੱਕ ਦਿਨ ਫਿਰ ਪਿਆਰ ਦੇ ਵਿੱਚ ਆ ਕੇ ਇੱਕ ਸ਼ਬਦ ਉਚਾਰਨ ਕੀਤਾ, ਜਿਹੜਾ ਅਸੀਂ ਬੜੇ ਪਿਆਰ ਦੇ ਨਾਲ ਪੜ੍ਹਦੇ ਹਾਂ, ਬੈਰਾਗਮਈ। ਸਤਿਗੁਰਾਂ ਨੇ ਬਚਨ ਉਚਾਰਿਆ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾ ਵਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਕਦੇ ਸਮਾਂ ਸੀਗਾ ਸਾਡੀ ਕੋਈ ਬਾਤ ਨਹੀਂ ਸੀ ਪੁੱਛਦਾ, ਸਾਨੂੰ ਕਿਸੇ ਨੇ ਰੋਟੀ ਦੇਣ ਵਾਸਤੇ ਤਿਆਰ ਨਹੀਂ ਸੀ ਹੋਇਆ, ਲਵਾਰਸ ਹੋ ਗਏ ਸਾਂ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਅਸੀਂ ਕੀੜਿਆਂ ਦੀ ਤਰ੍ਹਾਂ, ਜੀਵਾਂ ਦੀ ਤਰ੍ਹਾਂ ਹਾਂ, ਜਿਨ੍ਹਾਂ ਨੂੰ ਸਤਿਗੁਰਾਂ ਨੇ ਜਿਨ ਮਾਨਸ ਤੇ ਦੇਵਤੇ ਕੀਏ। ਸਤਿਗੁਰੂ ਤੋਂ ਕੁਰਬਾਨ ਧੰਨ ਗੁਰੂ ਅਮਰਦਾਸ ਜੀ ਤੋਂ, ਜਿਨ੍ਹਾਂ ਨੇ ਸਾਨੂੰ ਕੀੜਿਆਂ ਦੀ ਤਰ੍ਹਾਂ ਸੀਗੇ ਤੇ ਬਾਦਸ਼ਾਹ ਬਣਾ ਦਿੱਤਾ, ਪਾਤਸ਼ਾਹ ਬਣਾ ਦਿੱਤਾ। ਕੀਰੇ ਜਿਨ ਥਾਪੇ। ਇਹ ਪਾਤਸ਼ਾਹ ਸਤਿਗੁਰੂ ਜੀ ਤੁਹਾਡੇ ਤੋਂ ਸਦਕਿਆਂ ਕੁਰਬਾਨ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੈ ਸਭ ਸੋਗ ਸੰਤਾਪੇ। ਹੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਤੁਸੀਂ ਧੰਨ ਹੋ, ਜਿਨ੍ਹਾਂ ਦੇ ਚਰਨਾਂ ਦੇ ਵਿੱਚ ਆ ਕਰਕੇ, ਜਿਸ ਦੁਆਰੇ ਦੇ ਵਿੱਚ ਆ ਕਰਕੇ ਇਤਨਾ ਵੱਡਾ ਮਾਣ ਅਤੇ ਸਤਿਕਾਰ ਮਿਲਿਆ ਹੈ। ਸਹਿਬ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਗੁਰੂ ਬਣੇ। 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ, ਬੇਅੰਤ ਬਖਸ਼ਾਂ ਕੀਤੀਆਂ। 7 ਕੁ ਸਾਲ ਗੁਰਤਾ ਗੱਦੀ 'ਤੇ ਰਹੇ। ਵੱਡਾ ਗੁਰੂ ਕੀ ਸਿੱਖੀ ਦਾ ਪ੍ਰਚਾਰ ਕੀਤਾ, ਕੇਂਦਰੀ ਅਸਥਾਨ ਬਖਸ਼ਿਸ਼ ਕੀਤਾ ਔਰ ਸੰਗਤਾਂ ਦਾ ਭਲਾ ਕੀਤਾ। ਸਹਿਬ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਕੋਟਾਨ ਕੋਟ ਵਧਾਈਆਂ ਹੋਣ, ਮੁਬਾਰਕਾਂ ਹੋਣ। ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ, ਆਪਣੇ ਚਰਨਾਂ ਦੇ ਵਿੱਚੋਂ ਸਾਨੂੰ ਵੀ ਸਿੱਖੀ ਦੀ ਦਾਤ, ਸੇਵਾ ਦੀ ਦਾਤ, ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸਮੂਹ ਸੰਗਤ ਦਾ ਸ਼ੁਕਰਾਨਾ, ਧੰਨਵਾਦ ਜੀ। ਬੇਨਤੀ ਹੈ, ਕੱਲ੍ਹ ਤੋਂ ਕਥਾ ਦਾ ਸਮਾਂ ਬਦਲਿਆ ਗਿਆ ਹੈ, ਸ਼ਾਮ ਦੇ ਦੀਵਾਨਾਂ ਦਾ। ਜਿੱਥੇ ਪਹਿਲਾਂ ਕਥਾ ਦੀ ਆਰੰਭਤਾ 5:15 ਤੋਂ ਹੁੰਦੀ ਸੀ, ਕੱਲ੍ਹ ਤੋਂ ਪੂਰੇ 5 ਵਜੇ ਕਥਾ ਦੀ ਜਿਹੜੀ ਆਰੰਭਤਾ ਹੋਏਗੀ। ਇਸੇ ਤਰ੍ਹਾਂ ਹੀ ਬਾਕੀ ਰਹਿ ਰਸ ਦਾ ਜਿਹੜਾ ਸਮਾਂ ਹੈ, ਕੀਰਤਨ ਦਾ ਸਮਾਂ ਹੈ, ਉਹਦੇ ਵਿੱਚ ਵੀ 15-15 ਮਿੰਟ ਦਾ ਫਰਕ ਹੈ। 15 ਮਿੰਟ ਪਹਿਲਾਂ ਰਹਿ ਰਸ ਦਾ ਜਾਪ ਹੋਏਗਾ, ਕੀਰਤਨ ਦੀ ਆਰੰਭਤਾ ਹੋਏਗੀ। ਰੋਜ਼ਾਨਾ ਹਾਜ਼ਰੀ ਭਰਨ ਵਾਲੀ ਜਿਹੜੀ ਸੰਗਤ ਹੈ ਉਹ ਇਸ ਬੇਨਤੀ ਨੂੰ ਨੋਟ ਕਰ ਲਵੇ। ਹੋਈਆਂ ਭੁੱਲਾਂ ਦੀ ਖਿਮਾ। ਆਓ ਅਖੀਰ ਦੇ ਵਿੱਚ ਕੁਝ ਕੁ ਸਮਾਂ
ਸਾਰੀ ਸੰਗਤ ਸਿਮਰਨ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ 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 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।